ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਡ ਆਈ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਕੁਝ ਦਿਨ ਪਹਿਲਾਂ ਸਰਦਾਰ ਹਰਪਾਲ ਸਿੰਘ ਜੀ, ਜਿਹੜੇ ਕਿ ਐਕਸ MLA ਰਹੇ ਨੇ ਹਰਿਆਣਾ ਵਿਧਾਨ ਸਭਾ ਦੇ, ਨਾਲ ਵਿਸ਼ੇਸ਼ ਗੱਲਬਾਤ ਹੋਈ ਸੀਗੀ। ਗੱਲਬਾਤ ਨੂੰ ਤੁਸੀਂ ਬਹੁਤ ਪਸੰਦ ਕੀਤਾ, ਚੰਗਾ ਹੁੰਗਾਰਾ ਦਿੱਤਾ ਤੇ ਸਾਨੂੰ ਲੱਗਿਆ ਵੀ ਅੱਜ ਦੁਬਾਰਾ ਗੱਲਬਾਤ ਕੀਤੀ ਜਾਵੇ। ਭਾਜੀ ਹੋਣੀ ਵਿਨੀਪੈਗ ਸੀਗੇ, ਉਹਨਾਂ ਨੂੰ ਉਚੇਚੇ ਤੌਰ 'ਤੇ ਅਸੀਂ ਕਾਲ ਕੀਤੀ ਔਰ ਉਹ ਸਾਡੇ ਐਡਮਿੰਟਨ ਦੇ ਸਟੂਡੀਓ ਵਿੱਚ ਹਾਜ਼ਰ ਹੋ ਗਏ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਭਾਜੀ ਜੀ ਆਇਆਂ ਨੂੰ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰੇ ਮੇਰੇ ਜਿਹੜੇ ਵੀਰ ਮੈਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਮੈਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ। ਭਾਜੀ ਲਗਭਗ 8 ਮਹੀਨੇ ਦਾ ਸਮਾਂ ਹੋ ਚੁੱਕਿਆ ਤੁਹਾਨੂੰ ਕੈਨੇਡਾ ਵਿੱਚ ਆਇਆ ਹੋਇਆ ਨੂੰ। ਤੁਸੀਂ ਇੰਡੀਆ ਦੀ ਪੋਲਿਟਿਕਸ ਜਿਹੜੀ ਆ ਉਹਦੇ ਵਿੱਚ ਪਰਸਨਲੀ ਵਿਚਰੇ ਵੀ ਜੇ, ਤੁਸੀਂ MLA ਰਹੇ ਜੇ ਉੱਥੇ ਹਰਿਆਣਾ ਵਿਧਾਨ ਸਭਾ ਦੇ ਵਿੱਚ, ਤੁਹਾਡਾ ਉੱਥੋਂ ਦਾ ਵੀ ਤਜਰਬਾ ਵਾ। ਤੁਸੀਂ ਇੱਥੇ ਵੀ ਥੋੜ੍ਹਾ ਬਹੁਤਾ ਤੁਰ ਫਿਰ ਕੇ ਦੇਖਿਆ ਹੋਵੇਗਾ ਵੀ ਰਾਜਨੀਤੀ ਇੱਥੋਂ ਦੀ ਕਿਵੇਂ ਆ। ਥੋੜ੍ਹਾ ਜਿਹਾ ਆਪਣੇ ਅਨੁਭਵ ਦੇ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਦੋਨਾਂ ਵਿੱਚ ਤੁਹਾਨੂੰ ਜਿਹੜਾ ਮੇਨ ਜੋ ਡਿਫਰੈਂਸ ਆ, ਕੀ ਫਰਕ ਲੱਗਿਆ ਤੁਹਾਨੂੰ? ਇੰਡੀਅਨ ਪੋਲਿਟਿਕਸ 'ਚ ਮੁੱਖ ਤੌਰ 'ਤੇ ਜਿਹੜਾ ਬਦਲਾਅ ਆਇਆ ਹੈ, ਖਾਸ ਕਰਕੇ ਮੈਂ ਪਿਛਲੇ ਦਿਨਾਂ ਜੋ ਬੋਲਿਆ ਸੀ ਉਹ ਦੱਸਿਆ ਸੀ, 90 ਤੋਂ ਬਾਅਦ ਜਿਹੜਾ ਕਾਰਪੋਰੇਟ ਦੀ ਗਲੋਬਲਾਈਜੇਸ਼ਨ ਦੀ ਨਵੀਂ ਪਾਲਿਸੀਜ਼ ਆਈਆਂ ਨੇ ਜੀ, ਉਹਨੇ ਆਲਮੋਸਟ ਜਿਹੜਾ ਦੋ ਚੀਜ਼ਾਂ ਹੋਈਆਂ ਵਾਪਰੀਆਂ। ਇੱਕ ਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਾ ਉਹ ਜਿਹੜਾ ਪੀੜ੍ਹੀ ਚਲੀ ਗਈ ਜਿਹੜੀ ਮੂਵਮੈਂਟ 'ਚੋਂ ਨਿਕਲ ਕੇ ਆਈ ਸੀ, ਈਵਨ ਕਿ ਟ੍ਰੈਡੀਸ਼ਨਲ ਪਾਰਟੀਆਂ 'ਚ ਵੀ, ਔਰ ਦੂਜਾ ਸੀ ਕਿ ਉਹਦੇ ਪੋਲਿਟਿਕਸ ਵਿੱਚ ਪੈਸੇ ਦੀ ਲਗਾਤਾਰ ਇੰਟਰਵੈਂਸ਼ਨ ਦਾ ਵਧਣਾ। ਔਰ ਹਿੰਦੁਸਤਾਨ 'ਚ ਪੋਲਿਟਿਕਸ ਤੇ ਧਰਮ ਦੋ ਸਭ ਨਾਲੋਂ ਜ਼ਿਆਦਾ ਪ੍ਰੋਫਿਟੇਬਲ ਜਿਹੜੇ ਲਾਭ ਫਾਇਦਾ ਦੇਣ ਵਾਲੇ ਬਿਜ਼ਨਸ ਦੇ ਤੌਰ 'ਤੇ ਉੱਭਰ ਕੇ ਆਏ ਨੇ। ਲੋਕਾਂ ਨੂੰ ਲਗਾਤਾਰ ਇੱਕ ਹੁੰਦਾ ਹੈ ਕਿ ਰਾਜਨੀਤੀ ਬੜੀ ਗੰਦੀ ਚੀਜ਼ ਹੈ, ਔਰ ਉਹ ਕਹੇਗਾ ਜਿਹਦਾ ਪੂਰਾ ਪਰਿਵਾਰ ਰਾਜਨੀਤੀ 'ਚ ਵਾੜਿਆ ਹੋਇਆ ਉਹਨੇ ਆਪ ਜੀ, ਤਾਂ ਕਿ ਦੂਜੇ ਲੋਕ ਨਾ ਆਉਣ। ਇੱਥੇ ਤਾਂ ਅਜੇ ਵੀ ਉੱਥੇ ਰੂਲ ਆਫ ਲਾਅ ਨਹੀਂ ਹੈ। ਜਿਹੜਾ ਹੈ ਲਾਅ ਇੱਥੇ ਆਉਂਦੇ ਨੇ, ਮੈਨੂੰ ਬੜਾ ਸਾਨੂੰ ਅਫਸੋਸ ਹੁੰਦਾ, ਇੱਥੇ ਬਹੁਤ ਚੀਜ਼ਾਂ ਸਿੱਖਣ ਦੀਆਂ ਨੇ। ਇੱਥੇ ਜੋ ਮੈਂ ਮਹਿਸੂਸ ਕੀਤਾ ਹੈ, ਰੂਲ ਆਫ ਲਾਅ ਅਜੇ ਬਚਿਆ ਹੋਇਆ ਹੈ। ਮੈਨੂੰ ਯਾਦ ਹੈ, ਮੈਂ ਉਸ ਟਾਈਮ ਵੀ ਤੁਹਾਡੇ ਐਡਮਿੰਟਨ ਸਟੇਟ ਆਪਣੇ ਅਲਬਰਟਾ ਦੇ ਇਲੈਕਸ਼ਨ ਹੋ ਰਹੇ ਸੀ ਪ੍ਰੋਵਿੰਸ਼ੀਅਲ, ਮੈਂ ਇੱਥੇ ਸੀ। ਇੱਥੇ ਮੇਰੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਵੀ ਤੁਸੀਂ ਵੋਟ ਕਿਹਨੂੰ ਪਾਓਗੇ। ਕਾਮਨ ਵੋਟਰ ਦਾ ਹੁੰਦਾ ਹੈ ਕਿ ਜਿਹੜੀ ਵੀ ਪਾਰਟੀ ਜਾਂ ਜਿਹੜਾ ਕੈਂਡੀਡੇਟ ਇਲੈਕਸ਼ਨ ਲੜ ਰਿਹਾ ਹੈ, ਉਹਦੇ ਕੋਲ ਐਜੂਕੇਸ਼ਨ ਵਾਸਤੇ ਕੀ ਪਾਲਿਸੀ, ਸਾਡੇ ਬੱਚਿਆਂ ਨੂੰ ਪੜ੍ਹਾਈ ਕਿੱਥੋਂ ਮਿਲੇਗੀ ਜੀ, ਸੋਸ਼ਲ ਸਿਕਿਉਰਿਟੀ ਵਾਸਤੇ ਉਹ ਕੀ ਦੇਣਗੇ ਸਾਨੂੰ, ਮੈਡੀਕਲ ਵਾਸਤੇ ਤੁਹਾਡਾ ਕੀ, ਬਲਕਿ ਤੁਹਾਡੇ ਕੋਲ ਇੱਥੇ ਨਵੀਂ ਕੋਈ ਪਾਲਿਸੀਜ਼ ਹੈ। ਔਰ ਆਮ ਤੌਰ 'ਤੇ ਕਾਮਨ ਆਦਮੀ, ਕਿਉਂਕਿ ਉਹਨੂੰ ਚਿੰਤਾ ਹੁੰਦੀ ਹੈ ਕਿ ਅਗਰ ਮੇਰੇ ਬੱਚਿਆਂ ਨੂੰ ਦਵਾਈ, ਪੜ੍ਹਾਈ, ਇਹ ਚੀਜ਼ਾਂ ਫ੍ਰੀ 'ਚ ਮਿਲ ਜਾਂਦੀਆਂ ਨੇ ਤੇ ਫਿਰ ਉਹ ਛੋਟੀ ਮੋਟੀ ਮਹਿੰਗਾਈ ਨੂੰ ਵੀ ਬਰਦਾਸ਼ਤ ਕਰ ਜਾਂਦਾ ਹੈ। ਸਾਡੇ ਇਹ ਇਸ਼ੂ ਨਹੀਂ ਆਉਂਦੇ। ਸਾਡੇ ਜਾਣਬੁੱਝ ਕੇ ਪੂਰੀ ਪੋਲਿਟਿਕਸ ਨੂੰ ਉਹ, ਕਿਉਂਕਿ ਲੋਕਾਂ ਨੂੰ ਦੇਣਾ ਕੁਛ ਨਹੀਂ, ਇਸ ਵਾਸਤੇ ਧਰਮ ਤੇ ਜਾਤੀ ਦੇ ਜੋੜ ਕੇ ਉਹਨੂੰ ਉਧਰ ਤੱਕਿਆ ਗਿਆ ਹੈ। ਔਰ ਟੋਟਲ ਉੱਥੇ ਜਿਹੜਾ ਹੈ ਅੱਜ ਪੋਲਿਟਿਕਸ ਹੈ, ਉਹ ਕੁਛ ਘਰਾਣਿਆਂ, ਕੁਛ ਕੌਕਸ, ਮੈਂ ਕਹਾਂਗਾ ਕੌਕਸ ਬਣ ਗਿਆ ਉਹਦੇ 'ਚ। ਨਵੇਂ ਆਦਮੀ ਵਾਸਤੇ ਉਹਦੇ 'ਚ ਐਂਟਰੀ ਹੀ ਮੁਸ਼ਕਿਲ ਹੈ। ਤੁਸੀਂ ਅੱਜ ਵੀ ਦੇਖੋਗੇ ਗੇਮ ਹੋ ਰਹੀ ਹੈ, ਇਲੈਕਸ਼ਨ ਆ ਰਹੇ ਨੇ ਤੇ ਉਹ ਜਿਹੜੀ ਆਪਣੀ ਕੁਰਸੀ ਰੇਸ ਸ਼ੁਰੂ ਹੋ ਗਈ, ਇੱਕ ਪਾਰਟੀ ਨੂੰ ਛੱਡ ਕੇ ਦੂਜੀ ਤੀਜੀ, ਮਤਲਬ ਕਈ ਬੰਦੇ ਤਾਂ ਇਹੋ ਜਿਹੇ ਤੁਹਾਨੂੰ ਮਿਲਣਗੇ ਕਿ ਇਲੈਕਸ਼ਨ ਦੇ ਦੌਰਾਨ 3 ਪਾਰਟੀਆਂ ਬਦਲ ਜਾਣਗੇ। ਹਰਪਾਲ ਜੀ, ਮੈਂ ਜੇ ਸੰਖੇਪ ਦੇ ਵਿੱਚ ਗੱਲ ਕਰਾਂ ਤੇ ਇਦਾਂ ਨਹੀਂ ਲੱਗਦਾ ਵੀ ਇੱਥੇ ਜਿਹੜੀ ਰਾਜਨੀਤੀ ਆ ਉਹ ਮੁੱਦਿਆਂ ਦੇ ਆਧਾਰਿਤ ਹੁੰਦੀ ਆ? ਜਿਹੜੀ ਵੋਟ ਮੰਗਦੇ ਨੇ ਜਾਂ ਵੋਟ ਪਾਈ ਜਾਂਦੀ ਆ, ਮੁੱਦੇ ਜਿਹੜੇ ਡੋਮੀਨੇਟ ਕਰਦੇ ਨੇ। ਬਲਕਿ ਇੰਡੀਅਨ ਪੋਲਿਟਿਕਸ ਵਿੱਚ ਮੁੱਦੇ ਜਿਹੜੇ ਆ ਪਾਰਟੀਆਂ ਵੱਲੋਂ ਬਣਾਏ ਜਾਂਦੇ ਨੇ। ਬਈ ਉਹ ਦੱਸੀ ਜਾਣਾ ਕਿ ਇੱਥੇ ਮੁੱਦਿਆਂ ਦੇ ਆਧਾਰਿਤ ਕੌਮਾਂ ਨੂੰ, ਆਪਣੇ ਜਿਹੜੇ ਲੋਕ ਹੈ, ਕਾਮਨ ਲੋਕ ਜੀ, ਉਹਨਾਂ ਤੋਂ ਲਗਾਤਾਰ ਚਿੰਤਾ ਰਹਿੰਦੀ ਹੈ ਕਿ ਜਿਹੜੀ ਨਵੀਂ ਗਵਰਨਮੈਂਟ ਆਏਗੀ ਉਹ ਹੈਲਥ ਵਿੱਚ ਕੀ ਨਵਾਂ ਲੈ ਕੇ ਆਏਗੀ ਸਾਡੇ ਵਾਸਤੇ, ਟੈਕਸਾਂ ਦੇ ਉੱਤੇ ਤੁਹਾਡਾ ਕੀ ਸਰੂਪ ਹੋਏਗਾ, ਟੈਕਸ ਦਾ ਮਤਲਬ ਕਿ ਕੀ ਜਿਹੜਾ ਤੁਹਾਨੂੰ ਪੇ ਕਰਨਾ ਪਏਗਾ, ਐਜੂਕੇਸ਼ਨ ਤੁਹਾਡੇ ਬੱਚਿਆਂ ਵਾਸਤੇ ਕੀ ਉਹਨਾਂ ਕੋਲ ਫੈਸਿਲਿਟੀ ਹੋਣਗੀਆਂ, ਸੋਸ਼ਲ ਸਿਕਿਉਰਿਟੀਜ਼ ਦੀ ਖਾਸ ਕਰਕੇ। ਹੁਣ ਦੇਖਿਆ ਤੁਹਾਡੀ ਜਿਹੜੀ ਹਕੂਮਤ ਹੈ ਕਿ ਮੈਂ ਬੜਾ ਹੈਰਾਨ ਸੀ, ਲਾਕਡਾਊਨ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਨ ਵਾਸਤੇ ਆਏ ਨੇ ਉਹਨਾਂ ਨੂੰ ਵੀ ਉਹ ਦੇ ਰਹੇ ਨੇ ਕੁਝ ਪੈਸਾ, ਫਾਈਨੈਂਸ਼ੀਅਲ ਹੈਲਪ ਕੀਤੀ ਹੈ ਤਾਂ ਕਿ ਮਾਰਕੀਟ ਨਹੀਂ ਮਰ ਜਾਏ, ਕਿਤੇ ਸਰਕੂਲੇਸ਼ਨ 'ਚ ਪੈਸਾ ਲਗਾਤਾਰ ਰਹੇ। ਸਾਡੇ ਇਸ ਨਾਲ ਤੁਸੀਂ ਦੇਖਿਆ ਲੱਖਾਂ ਲੋਕ ਪੈਦਲ ਮਰੇ ਨੇ, ਪੈਦਲ। ਉਹਨਾਂ ਵਿੱਚ ਟ੍ਰੇਨ, ਉਹਨੂੰ ਸੋਸ਼ਲ ਸਿਕਿਉਰਿਟੀ ਦੇ ਕੀ ਦੇਣੀ ਸੀ? ਉਹਨਾਂ ਨੂੰ ਇੱਕ ਸਾਈਕਲ ਨਹੀਂ ਪ੍ਰੋਵਾਈਡ ਕਰਵਾਇਆ, ਰੋਟੀ ਨਹੀਂ ਪ੍ਰੋਵਾਈਡ ਕਰਵਾਈ। ਉਹ ਸੋਸ਼ਲੀ ਜਿਹੜੀਆਂ ਥੱਲੇ ਆਰਗੇਨਾਈਜੇਸ਼ਨ ਸੀ ਉਹਨਾਂ ਬੇਸ਼ੱਕ ਕੀਤਾ ਹੋਵੇ। ਇਸ ਵਾਸਤੇ ਬੇਸਿਕ ਡਿਫਰੈਂਸ, ਕਰਪਸ਼ਨ ਹੋਏਗੀ ਇੱਥੇ ਵੀ, ਕਾਰਪੋਰੇਟ ਜਿੱਥੇ ਹੋਵੇਗਾ ਕਰਪਸ਼ਨ ਹੋਏਗੀ ਹਰ ਜਗ੍ਹਾ, ਪਰ ਕਰਪਸ਼ਨ ਦਾ ਉਹ ਸਰੂਪ ਇਹਨਾਂ ਅੱਜ ਮੁਲਕਾਂ 'ਚ ਬਚਿਆ ਹੋਇਆ ਹੈ ਜਿਹੜਾ ਇੱਥੇ ਅਗਰ ਕੋਈ ਇਨਵੋਲਵ ਹੁੰਦਾ ਹੈ ਔਰ ਰਿਜ਼ਾਈਨ ਕਰਨਾ ਪਏਗਾ। ਪਿੱਛੇ ਤੁਹਾਡੇ ਕੋਈ ਹੈਲਥ ਮਿਨਿਸਟਰ ਹੈ ਉੱਥੇ ਇੰਗਲੈਂਡ ਦਾ, ਉਹ ਕੋਈ ਦਾ ਦੇਖਿਆ ਕਿ ਉਹ ਆਪਣੇ ਆਫਿਸ 'ਚ ਕੋਈ ਆਪਣਾ ਉਹਨੇ ਤੋੜਿਆ, ਨੋਰਮ ਤੋੜਿਆ, ਉਹਨੂੰ ਰਿਜ਼ਾਈਨ ਕਰਨਾ ਪਿਆ। ਸਾਡੇ ਤਾਂ ਪਰਲੀ ਬੇਸ਼ਰਮੀ ਦੀ ਹੱਦ ਤੱਕ ਹੈ।
ਰੰਗੇ ਹੱਥੋਂ ਫੜੇ ਜਾ ਰਹੇ ਨੇ, ਸਾਹਮਣੇ ਬੈਗ ਪਏ ਨੇ, ਜੀ। ਕਹਿੰਦੇ ਝੂਠ ਹੈ, ਸੱਚ ਹੈ ਹੀ ਨਹੀਂ, ਕਿਉਂਕਿ ਸਾਰੇ ਟੋਟਲ ਦੀ ਟੋਟਲ ਕਾਕਸ ਦੇ ਹੱਥ ਰਾਜਨੀਤੀ ਆਈ ਹੋਈ ਹੈ। ਇਸ ਵਾਸਤੇ ਉਹ ਕਾਕਸ ਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਉਹ ਕਿਹੜੇ ਗੈਂਗ 'ਚ ਕਿਹੜਾ ਕਿੱਧਰ ਚੱਲ ਜਾਏਗਾ ਉਹਨਾਂ ਨੂੰ ਕੋਈ ਮਾਇਨੇ ਨਹੀਂ ਰੱਖਦਾ, ਪਾਲਿਸੀ ਤੇ ਹੈ ਹੀ ਨਹੀਂ ਹੈ। ਇਸ ਵਾਸਤੇ ਮੈਂ ਥੋੜਾ ਉਹਨੂੰ ਮੈਂ ਕੰਪੇਅਰ ਕਰਾਂਗਾ, ਸਿੱਧੂ ਸਾਹਿਬ ਬੀਜੇਪੀ ਸੀ ਪਹਿਲੋਂ, ਜੀ ਠੀਕ ਹੈ, ਕਾਂਗਰਸ ਨੇ ਪ੍ਰਧਾਨ ਬਣਾਤਾ ਹੈ ਤਾਂ ਵੀ ਖੁਸ਼ ਨੇ, ਨਾ ਬਣਾਉਂਦੇ ਤਾਂ ਉਹ ਆਪ ਪਾਰਟੀ 'ਚ ਵੀ ਜਾ ਕੇ ਪ੍ਰਧਾਨ ਬਣ ਸਕਦੇ ਸੀ, ਉੱਥੇ ਉਹਨਾਂ ਨੂੰ ਮਿਲ ਜਾਂਦਾ ਤਾਂ ਕੋਈ। ਜੀ ਬਲੇ ਸਿੱਧੂ ਕੋਲ ਕੀ ਕਾਂਗਰਸ ਵਿੱਚ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਸਾਹਿਬ ਕਾਂਗਰਸ ਦੀਆਂ ਉਹ ਪਾਲਿਸੀ ਜਿਹਨੇ ਹਿੰਦੁਸਤਾਨ ਨੂੰ ਬਰਬਾਦ ਕੀਤਾ ਹੈ ਉੱਥੇ ਕੋਈ ਕਰ ਲਿਆਉਣਗੇ, ਨਵੀਂ ਪਾਲਿਸੀ ਲਿਆਉਣਗੇ ਆਦਮੀ ਬਦਲਣ ਨਾਲ। ਉੱਥੇ ਆਦਮੀ ਚਿਹਰੇ ਬਦਲ ਰਹੇ ਨੇ ਜੀ। ਔਰ ਮੈਂ ਤੁਹਾਨੂੰ ਜੋੜਾਂ, ਸ਼ਾਇਦ ਤੁਹਾਡਾ ਅੱਗੇ ਸਵਾਲ ਵੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ ਇਹਦੀ ਇਹੀ ਤਾਂ ਖਾਸੀਅਤ ਹੈ ਨਾ, ਪਹਿਲੀ ਵਾਰ ਉਹ ਕਹਿ ਰਿਹਾ ਕਿ ਜਿਹਨੂੰ ਮਰਜ਼ੀ ਲਿਆਓ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਆ ਕਾਨੂੰਨ ਵਾਪਸ ਕਰੋ, ਪਾਲਿਸੀ ਬਦਲੋ। ਜੀ ਇਹ ਨਵੀਂ ਟਰਨਿੰਗ ਪੁਆਇੰਟ ਆਏਗਾ, ਮੈਂ ਅੱਗੇ ਆਪਾਂ ਗੱਲ ਕਰ ਸਕਦੇ ਇਹਦੇ ਉੱਤੇ। ਨਹੀਂ, ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰਨੀ ਹੈ ਵੈਸੇ ਜੀ, ਕਿ ਜਿਹੜਾ ਕਿਸਾਨੀ ਅੰਦੋਲਨ ਆ, ਤੁਸੀਂ ਜੁੜੇ ਵੀ ਸੀਗੇ ਇਹਦੇ ਨਾਲ, ਉੱਥੇ ਪਹੁੰਚੇ ਵੀ, ਹਾਜ਼ਰੀ ਵੀ ਲਵਾਈ ਔਰ ਪਾਰਖੂ ਨਜ਼ਰ ਵੀ ਰੱਖਦੇ ਜੇ। ਥੋੜਾ ਜਿਹਾ ਹੁਣ ਇਸ ਵੇਲੇ ਕੀ ਮਾਹੌਲ ਚੱਲਦਾ ਪਿਆ ਵਾ, ਕਿਉਂਕਿ ਜਿਹੜਾ ਭਾਰਤੀ ਸੰਸਦ ਦਾ ਸੈਸ਼ਨ ਆ ਉਹ ਵੀ ਸ਼ੁਰੂ ਹੋ ਚੁੱਕਿਆ ਵਾ, ਉਹਦੇ ਨਾਲ ਪੈਰਲਲ ਜਿਹੜੀ ਕਿਸਾਨੀ ਜਥੇਬੰਦੀਆਂ ਨੇ 200 ਜਿਹੜੇ ਕਿਸਾਨ ਨੇ ਦਿੱਲੀ ਭੇਜ ਰਹੇ ਨੇ, ਉਹਨਾਂ ਵੱਲੋਂ ਆਪਣੀ ਪੈਰਲਲ ਸੰਸਦ ਜਿਹੜੀ ਆ ਉਹ ਵੀ ਲਗਾਈ ਜਾ ਰਹੀ ਆ, ਮੁੱਦੇ ਡਿਸਕਸ ਹੋ ਰਹੇ ਨੇ। ਉਹਦਾ ਕੀ ਇਸ ਵੇਲੇ ਮੌਜੂਦਾ ਕੀ ਸਥਿਤੀ ਆ? ਦੋ ਚੀਜ਼ਾਂ ਮੈਂ ਉਸ ਦਿਨ ਵੀ ਡਿਸਕਸ ਕੀਤੇ, ਅੱਜ ਵੀ। ਇੱਕ ਤੇ ਮੈਂ ਉੱਥੇ ਸਿਰਫ ਜੁੜਿਆ ਨਹੀਂ ਰਿਹਾ, ਮੈਂ ਥੱਲੇ ਗਰਾਊਂਡ ਲੈਵਲ ਤੇ ਲੋਕਾਂ ਨੂੰ ਆਰਗੇਨਾਈਜ਼ ਕਰ ਐਸੀ ਲੜਾਈਆਂ ਲੜੀਆਂ ਨੇ ਜੀ। ਹਰਿਆਣੇ 'ਚ 2015 ਜਦੋਂ ਜਾਟ ਆਰਕਸ਼ਨ ਸੀ, ਅਸੀਂ ਮਿਲ ਕੇ 5 ਜ਼ਿਲ੍ਹਿਆਂ 'ਚ ਵਾਈਟ ਫਲਾਈ ਦੇ ਖਿਲਾਫ ਲੜਦੇ ਹੋਏ ਪਹਿਲੀ ਵਾਰੀ ਹਰਿਆਣੇ 'ਚ 1000 ਕਰੋੜ ਰੁਪਇਆ ਲੈ ਕੇ ਅਸੀਂ ਆਏ ਸੀ, ਜਿੱਤੇ ਸੀ, ਉਹ ਮੂਵਮੈਂਟ ਜਿੱਤਿਆ ਸੀ। ਮੈਂ ਉਹਦਾ ਪਾਰਟ ਆ, ਮੈਂ ਹੁੰਦਾ ਦਰਸ਼ਕ ਦੂਰੋਂ ਨੂੰ ਆਬਜ਼ਰਵ ਕਰਨਾ, ਇੱਕ ਹੁੰਦਾ ਉਹਦੇ ਵਿੱਚੋਂ ਹੰਡਾਉਣਾ, ਉਹਦੇ 'ਚ ਵਰਤਣਾ, ਤਾਂ ਕਰਕੇ ਮੇਰੇ ਉਹਨਾਂ ਲੋਕਾਂ ਨਾਲ ਜੁੜਾਅ ਵੀ ਹੈ, ਮੈਂ ਉਹ ਲੋਕਾਂ ਨੂੰ ਜਾਣਨਾ ਵੀ ਹੈ ਬਹੁਤ ਤਰੀਕੇ ਨਾਲ। ਦੂਜਾ ਜਿਹੜੀ ਆ ਸੰਸਦ ਚੱਲ ਰਹੀ, ਮੈਨੂੰ ਇੱਕ ਸਵਾਲ ਪਿੱਛੇ ਵੀ ਕਿਸੇ ਨੇ ਪੁੱਛਿਆ ਸੀ ਵੀ ਇਹਦਾ ਕੀ ਫਾਇਦਾ ਹੋਏਗਾ ਜੀ। ਮੈਂ ਕਿਹਾ ਜਿਹੜੀ ਗੱਲ ਤੋਂ ਤੁਸੀਂ ਵਾਰ-ਵਾਰ ਸਵਾਲ ਉਠਾ ਰਹੇ ਹੋ ਕਿ ਇਹਨੂੰ ਰਾਜਨੀਤੀ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ, ਇਹ ਰਾਜਨੀਤੀ ਪ੍ਰਕਿਰਿਆ ਦਾ ਇੱਕ ਨਵਾਂ ਰੂਪ ਹੈ। ਔਰਤਾਂ ਦੀ ਸੰਸਦ ਵਿੱਚ ਕਾਮਨ ਔਰਤ ਕੋਈ ਉੜੀਸਾ ਤੋਂ ਆਈ ਹੋਈ, ਕੋਈ ਹਰਿਆਣੇ ਦੀ ਉਹ ਔਰਤ ਜਿਹੜੀ ਪਰਦੇ ਤੋਂ ਕਦੀ ਬਾਹਰ ਨਹੀਂ ਗਈ ਸੀ, ਜਿਹਨੂੰ ਉਹਦੇ ਮਾਪੇ ਨੇ ਕਦੀ ਪਿੰਡ 'ਚ ਸ਼ਾਮ ਨੂੰ ਇਜਾਜ਼ਤ ਨਹੀਂ ਦਿੱਤੀ ਸੀ, ਅੱਜ ਉਹ ਇਸ ਸੰਸਦ ਵਿੱਚ ਉਹ ਜਦੋਂ ਬੋਲ ਰਹੀ ਹੈ, ਪੂਰੀ ਹਿੰਦੁਸਤਾਨ ਦੀਆਂ ਔਰਤਾਂ ਨੂੰ ਦੇਖ ਰਹੀਆਂ ਨੇ ਜੀ। ਸੋਸ਼ਲ ਮੀਡੀਆ, ਦੂਜਾ ਮੀਡੀਆ ਜਿਹੜਾ ਵੀ ਪ੍ਰੋ ਪੀਪਲਸ ਹੈ, ਕਿ ਵੀ ਮੁੱਦੇ ਕੀ ਨੇ ਜੀ। ਜਿਹੜੀ ਚੀਜ਼ਾਂ ਤੇ ਪੋਲੀਟੀਕਲ ਪਾਰਟੀਆਂ ਫੇਲ ਹੋਈਆਂ ਸੀ, ਇੱਕ ਜਿਹੜਾ ਇਹਨਾਂ ਨੇ ਉਹ ਜਿਹੜਾ ਵਿਪ ਜਾਰੀ ਕੀਤਾ, ਲੋਕਾਂ ਦਾ ਵਿਪ ਜੀ, ਕਿ ਜਿਹੜੀਆਂ ਡਰਾਮਾਬਾਜ਼ੀ ਹੁੰਦੀ ਪਾਰਲੀਮੈਂਟ ਦੇ ਅੰਦਰ, ਕਿਉਂਕਿ ਸਾਰਿਆਂ ਨੇ ਮਾਲ ਤਾਂ ਇਲੈਕਸ਼ਨਾਂ 'ਚ ਉਹਨਾਂ ਕਾਰਪੋਰੇਟ ਤੋਂ ਖਾਧਾ ਹੁੰਦਾ ਹੈ, ਕਿ ਥੋੜੀ ਗੱਲ ਹੋਈ, ਬਾਈਕਾਟ ਕੀਤਾ, ਬਾਹਰ ਆ ਗਿਆ, ਅਗਲੇ ਕਾਨੂੰਨ ਪਾਸ ਕਰਨਗੇ। ਉਹਨਾਂ ਕਹਿੰਦੇ ਨਹੀਂ, ਐਵੇਂ ਨਹੀਂ, ਇਵੇਂ ਗੱਲ ਚੱਲ ਨਹੀਂ ਸਕਦੀ। ਹੁਣ ਜੀ ਤੁਹਾਨੂੰ ਅੰਦਰ ਫਾਈਟ ਕਰਨੀ ਪੈਗੀ ਹਰ ਕਦਮ ਤੇ। ਤੁਹਾਨੂੰ ਅਗਰ ਸਿਰ ਪਾੜਦੇ ਨੇ, ਕੁੱਟਦੇ ਨੇ, ਬਾਹਰ ਕੱਢਦੇ ਨੇ, ਫਿਰ ਤਾਂ ਹੋ ਸਕਦਾ ਹੈ, ਅਦਰਵਾਈਜ਼ ਬਾਈਕਾਟ ਕਰਕੇ ਤੁਸੀਂ ਬਾਹਰ ਨਹੀਂ ਆ ਸਕਦੇ, ਫਸਾ ਲੈ। ਮੈਂ ਉਸ ਦਿਨ ਵੀ ਕਿਹਾ ਸੀ ਕਿ ਦੇਸ਼ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਵਾਸਤੇ ਇਹ ਅੰਦੋਲਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਕਿ ਅਗਰ ਲੋਕ ਸਿਆਣੇ ਹੋ ਗਏ ਤੇ ਐਡੀ ਜਲਦੀ ਤੁਸੀਂ ਉਹਨਾਂ ਨੂੰ ਮੂਰਖ ਕਿਉਂ ਬਣਾ ਪਾਓਗੇ। ਇਹ ਸਭ ਤੋਂ ਵੱਡਾ ਇਸ ਅੰਦੋਲਨ ਦੀ ਦੇਣ ਹੈ, ਅੱਜ ਜਿਹੜੀ ਇਹ ਪਾਰਲੀਮੈਂਟ ਬਰਾਬਰ ਚੱਲ ਰਹੀ ਹੈ, ਇਹਨੂੰ ਪੂਰਾ ਦੇਸ਼ ਨਹੀਂ ਪੂਰੀ ਦੁਨੀਆ ਦੇਖ ਰਹੀ ਹੈ। ਉਹਦੇ ਇਸ਼ੂ ਉੱਠ ਕੇ ਆ ਰਹੇ ਨੇ, ਕਾਮਨ ਆਦਮੀ ਆਪਣੀ ਇਸ਼ੂ ਵਿੱਚ ਅਵੇਕਨਿੰਗ ਆ ਰਹੀ ਹੈ। ਇਹਨੂੰ ਕਹਿੰਦੇ ਨੇ ਬੇਸਿਕ ਪੋਲਿਟਿਕਸ, ਕਿ ਰੋਜ਼ੀ ਰੋਟੀ ਅੱਗੇ ਆਉਣ ਵਾਲੇ ਸਮੇਂ ਸਾਡਾ ਭਵਿੱਖ ਗ੍ਰਾਸ ਰੂਟ ਪੋਲਿਟਿਕਸ ਕਿਵੇਂ ਤੈਅ ਹੋਵੇਗਾ ਜੀ। ਔਰ ਇਹ ਵੀ ਕੱਲ ਨੂੰ ਪਾਰਲੀਮੈਂਟ 'ਚ ਇਹਨਾਂ ਵਿੱਚੋਂ ਲੋਕ ਨਿਕਲ ਕੇ ਜਿਹੜੇ ਜਾਣਗੇ, ਉਹ ਨਵੀਂ ਪਾਰਲੀਮੈਂਟ ਦਾ ਰੂਪ ਵੀ ਦੇਣਗੇ, ਔਰ ਨਵਾਂ ਇੱਕ ਸੰਦੇਸ਼ ਵੀ ਲੋਕਾਂ ਸਾਹਮਣੇ ਹੋਏਗਾ। ਇਸ ਦਾ ਵਾਸਤੇ ਤਾਂ ਲੰਮਾ ਬੜਾ ਗਹਿਰਾ ਸੰਦੇਸ਼, 200 ਬੰਦੇ ਨਹੀਂ ਹੈ, ਉਹਦੇ 'ਚ 140 ਕਰੋੜ ਦੀ ਆਬਾਦੀ ਵੇਖ ਰਹੀ ਹੈ, ਪੂਰੀ ਦੁਨੀਆ ਦੇ ਅਰਬਾਂ ਖਰਬਾਂ ਲੋਕ ਦੇਖ ਰਹੇ ਨੇ ਕਿ ਇਹ ਨਵਾਂ ਚੀਜ਼ ਹੋ ਕੀ ਰਹੀ ਹੈ। ਔਰ ਅੰਦੋਲਨ ਵਿੱਚੋਂ ਅੰਦੋਲਨਕਾਰੀ ਸਿੱਖ ਰਹੇ ਨੇ ਨਵੇਂ ਰਾਸਤੇ, ਜਿੱਤ ਵੱਲ ਦੇ ਰਾਸਤੇ, ਨਵੀਂ ਟਰਾਂਸਫਾਰਮੇਸ਼ਨ ਦੇ ਰਾਸਤੇ, ਨਵੇਂ ਸਮਾਜ ਦੇ ਬਦਲਾਅ ਦੇ ਰਾਸਤੇ। ਇਹ ਹੈ ਦਾ ਖੂਬੀ ਜਿਹੜੀ ਮੈਂ ਮਹਿਸੂਸ ਕਰਦਾ ਪਾਰਲੀਮੈਂਟ ਦੀ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਲੋਕਾਂ ਨੇ ਪਹਿਲੀ ਵਾਰੀ ਵਿਪ ਜਿਹੜਾ ਵਾ ਜਾਰੀ ਕੀਤਾ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੂੰ, ਖਾਸ ਕਰਕੇ ਆਪੋਜੀਸ਼ਨ ਪਾਰਟੀਆਂ ਦੀ ਗੱਲ ਕਰੀਏ, ਤੇ ਜੇਕਰ ਮੈਂ ਸਿਰਫ ਕੱਲ ਦੀ ਗੱਲ ਕਰਾਂ ਜੀ, ਮੰਗਲਵਾਰ ਨੂੰ ਲੋਕ ਸਭਾ ਦੇ ਵਿੱਚ 9 ਵਾਰੀ ਤੇ ਰਾਜ ਸਭਾ ਦੇ ਵਿੱਚ 4 ਵਾਰੀ ਜਿਹੜੀ ਸਦਨਾਂ ਦੀ ਜਿਹੜੀ ਕਾਰਵਾਈ ਆ ਉਹ ਮੁਲਤਵੀ ਕਰਨੀ ਪਈ, ਕਿ ਇੰਨਾ ਜ਼ਬਰਦਸਤ ਵਿਰੋਧ ਜਿਹੜਾ ਵਾ ਹੋ ਰਿਹਾ ਵਾ, ਕਿਉਂਕਿ ਜਿਹੜੀ ਸੱਤਾਧਾਰੀ ਪਾਰਟੀ ਆ, ਬੀਜੇਪੀ ਸਰਕਾਰ ਆ, ਉਹ ਇਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਕੇ ਰਾਜੀ ਨਹੀਂ, ਤੇ ਆਪੋਜੀਸ਼ਨ ਪਾਰਟੀਆਂ ਜਿਹੜਾ ਸੰਸਦ ਦਾ ਕੰਮ ਆ ਉਹ ਅੱਗੇ ਨਹੀਂ ਤੁਰਨ ਦੇਣਾ ਚਾਹ ਰਹੀਆਂ। ਉਹ ਤਾਂ ਤੁਹਾਡੇ ਸਾਹਮਣੇ ਹੀ ਹੈ, ਜਦੋਂ ਇਹ ਕਾਨੂੰਨ ਪਾਸ ਹੋਏ ਜੀ, ਅਗਰ ਉਸ ਟਾਈਮ ਆਪੋਜੀਸ਼ਨ ਨੇ ਕੰਮ ਕੀਤਾ ਹੁੰਦਾ, ਇਸ ਤਰ੍ਹਾਂ ਅੜੇ ਹੁੰਦੇ, ਇਹ ਕਾਨੂੰਨ ਤਾਂ ਪਾਸ ਹੋਣੇ ਨਹੀਂ ਸੀ। ਸਹੀ ਗੱਲ ਹੈ।
ਕਿਸਾਨਾਂ ਨੂੰ ਤਾਂ ਸਮਝ ਆਈ ਕਿ ਅੰਦਰ ਖਾਤੇ ਹੁਣ ਜਿਹੜੇ ਅੱਜ ਬੇਸਿਕ ਵਿਰੋਧ ਕਰ ਰਹੇ ਨੇ ਦਬਾਅ ਕਰਕੇ ਬਾਦਲ ਸਾਹਿਬ ਦੀ ਤਾਂ ਜਿਹੜੀ ਬਹੂ ਰਾਣੀ ਉਹ ਜਿਹੜੀ ਉਹ ਅੰਦਰ ਬੈਠੇ ਪਾਰਟ ਆਫ ਦੀ ਗਵਰਨਮੈਂਟ ਜਿਸ ਟਾਈਮ ਲਾਅ ਬਣ ਰਿਹਾ ਸੀ, ਮਿਨਿਸਟਰ ਸੀ, ਚੀਫ ਮਿਨਿਸਟਰ। ਮੈਂ ਇਸੇ ਵਾਸਤੇ ਉਹਨਾਂ ਨੇ ਬਹੁਤ ਚੀਜ਼ਾਂ ਅੰਦੋਲਨਕਾਰੀਆਂ ਨੇ ਲੜਦੇ ਹੋਏ ਸਿੱਖਿਆ ਕਿ ਮੇਰਾ ਦੁਸ਼ਮਣ ਤੇ ਦੋਸਤ ਕੌਣ, ਕੌਣ ਕਿੱਥੇ ਖੜਾ ਹੈ। ਉਹ ਵੀ ਸਮਾਜ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਲੋਕਾਂ ਸਾਹਮਣੇ ਉਹਨਾਂ ਨੂੰ ਐਕਸਪੋਜ਼ ਕਰਨਾ ਬਹੁਤ ਜ਼ਰੂਰੀ ਸੀ। ਉਦੋਂ ਵੀ ਤਾਂ ਅਗਰ ਇਸ ਤਰ੍ਹਾਂ ਅੱਜ ਲੜੇ ਹੁੰਦੇ, ਅੱਜ ਉਹ ਕਹਿ ਰਹੇ ਨੇ ਕਿ ਅਸੀਂ ਸੰਸਦ ਚਲਾਉਣਾ ਚਾਹੁੰਦੇ ਹਾਂ। ਸੰਸਦ ਲੋਕਾਂ ਦਾ ਗਲ ਘੁੱਟਣ ਵਾਸਤੇ ਸੰਸਦ ਥੋੜਾ ਬਣਾ ਰੱਖੀ ਅਸੀਂ ਜੀ, ਉਹਨੂੰ ਰੋਕਣਾ ਪਵੇਗਾ ਹਰ ਕੀਮਤ ਤੇ। ਔਰ ਅੱਜ ਇਹ ਲੜਾਈ ਜਿਹੜੀ ਉਹ ਵਿਪ ਨੇ ਇਹ ਨਵਾਂ ਇੱਕ ਉਹਨੂੰ ਦਿੱਤਾ ਹੈ ਕਿ ਅਗਰ ਥੋੜਾ ਉਹ ਫੇਸ ਬਚਾਉਣਾ ਚਾਹੁੰਦੇ ਹੋ, ਦੁਬਾਰਾ ਲੋਕਾਂ 'ਚ ਵੋਟ ਲੈਣ ਆਉਣਾ ਚਾਹੁੰਦੇ ਹੋ, ਤੇ ਤੁਹਾਨੂੰ ਅੰਦਰ ਲੜਨਾ ਪਏਗਾ। ਇਹ ਜਿਹੜਾ ਬਾਈਪਾਸ ਦੇ ਕੇ ਤੁਸੀਂ ਵਾਕਓਵਰ ਦੇ ਕੇ ਆਉਂਦੇ ਹੋ, ਇਹ ਨਹੀਂ ਚੱਲ ਸਕਦਾ। ਵਾਕਓਵਰ ਤੁਹਾਡਾ ਮਿਲੀ ਭਗਤ ਹੁੰਦੀ ਹੈ ਕਿ ਮੈਂ ਬਾਹਰ ਚੱਲਿਆ, ਤੁਸੀਂ ਕਰ ਲਓ ਜੋ ਕਰਨਾ, ਮੈਨੂੰ ਕੋਈ ਦਿੱਕਤ ਨਹੀਂ ਹੈ। ਪਤਾ ਲੱਗੇ ਕਿ ਕੌਣ ਕਿੱਥੇ ਖੜਾ ਹੈ। ਇਸੇ ਵਾਸਤੇ ਕਹਿ ਰਿਹਾ ਕਿ ਉਹਨਾਂ ਵਾਸਤੇ ਤਾਂ ਬੜੀ ਇੱਕ ਹੈਰਾਨੀ ਦੀ ਹੋ ਗਈ ਕਿ ਮਾਲਕ ਨਾਰਾਜ਼ ਹੋਣਗੇ ਜਿਨ੍ਹਾਂ ਨੇ, ਕਿਉਂਕਿ ਤੁਸੀਂ ਦੇਖੋਗੇ ਤੁਸੀਂ ਜਿਹੜਾ ਇਲੈਕਸ਼ਨ ਵਿੱਚ ਫੰਡ ਆਏ ਨੇ, ਜਿਹੜੇ ਪਿੱਛੇ ਤੁਹਾਡੇ ਰਿਕਾਰਡ ਆਏ ਨੇ ਕਿ ਕਾਰਪੋਰੇਟ ਨੇ ਸਭ ਨੂੰ ਦਿੱਤੇ ਨੇ ਫੰਡ, ਇਹਨਾਂ ਨੂੰ ਸਪਾਂਸਰ ਹੁੰਦੇ ਨੇ ਜੀ ਇਲੈਕਸ਼ਨ ਪੂਰੇ, ਸਾਰੇ ਸਪਾਂਸਰ ਹੁੰਦੇ ਨੇ। ਅੱਜ ਉਹ ਜਿਨ੍ਹਾਂ ਕੋਲ ਪੈਸਾ ਲੈ ਕੇ ਉਹ ਰਾਜਨੀਤੀ 'ਚ ਆਏ ਨੇ, ਜਿਹੜੇ ਇਲੈਕਸ਼ਨ ਲੜੇ ਨੇ, ਉਹ ਵੀ ਪੁੱਛਣਗੇ ਤੁਸੀਂ ਕਰ ਕੀ ਰਹੇ ਹੋ। ਪਰ ਦੂਜੇ ਪਾਸੇ ਜਿਨ੍ਹਾਂ ਕੋਲ ਵੋਟ ਲੈਣੇ ਉਹ ਤਾਂ ਡੰਡੇ ਲੈ ਕੇ ਬਾਹਰ ਬੈਠੇ ਨੇ ਨਾ। ਇਸ ਵਾਸਤੇ ਇੱਕ ਨਵੀਂ ਇੱਕ ਜਿਹੜੀ ਰਾਜਨੀਤੀ ਦਾ ਇੱਕ ਆਗਾਜ਼ ਹੈ ਹਿੰਦੁਸਤਾਨ ਵਾਸਤੇ, ਔਰ ਇਹਦੇ ਛਟੇਗੀ, ਹੋਰ ਮੈਲ ਵੀ ਛਟੇਗੀ, ਔਰ ਲੋਕਾਂ ਦੀ ਵਿਜ਼ਨ ਵੀ ਕਲੀਅਰ ਹੋਣਗੇ। ਮੈਂ ਇੱਕ ਛੋਟਾ ਐਗਜ਼ਾਮਪਲ ਦੇ ਕੇ ਇਹਨੂੰ ਗੱਲ ਨੂੰ ਸਮ ਅਪ ਕਰਨਾ ਚਾਹਾਂਗਾ। ਸਾਡੇ ਇੱਥੋਂ ਹਰਿਆਣੇ ਦੇ ਦੋਸਤ ਪੁੱਛ ਰਹੇ ਸੀ, ਚੌਟਾਲਾ ਸਾਹਿਬ ਬਾਹਰ ਆਏ ਨੇ ਕਿਉਂਕਿ ਬਹੁਤ ਵੱਡੇ ਨੇਤਾ ਰਹੇ ਨੇ, ਇੱਕ ਫੈਮਿਲੀ ਦਾ ਦਬਦਬਾ ਰਹਾ ਹੈ, ਉਹ ਸਾਰੇ ਚੌਕਾਂ ਦੇ ਘੁੰਮ ਕੇ ਆਏ ਨੇ ਬਾਰਡਰਾਂ ਤੇ ਜਿਹੜੀ ਕਿਸਾਨ ਸੰਯੁਕਤ ਮੋਰਚੇ ਦੀ ਪਾਲਿਸੀ ਸੀ ਕਿ ਸਟੇਜ ਨਹੀਂ ਬੋਲ ਸਕਦੇ, ਬੈਠੋ ਚਾਹ ਪਾਣੀ ਪੀਓ, ਨਮਸਤੇ ਕਰਕੇ ਜਾਓ, ਉੱਥੇ ਨਹੀਂ ਬੋਲ ਸਕੇ। ਇਹ ਖਟਕੜ ਜਿਹੜਾ ਇੱਕ ਟੋਲ ਪਲਾਜ਼ਾ ਦਾ ਰੋਲਾ ਪਿਆ, ਸੁਣਿਆ ਖਬਰ, ਇਹ ਜੀਂਦ ਦੇ ਨਾਲ ਅਗਲੇ ਪਾਸੇ ਹੀ ਹੈ। ਔਰ ਜਿਹਨੂੰ ਮਤਲਬ ਕਿ ਆਮ ਤੌਰ ਤੇ ਜਾਟਲੈਂਡ ਜਾਂ ਇਹਨੂੰ ਮੰਨਦੇ ਸੀ ਵੀ ਇਹਨਾਂ ਤੋਂ ਬਾਹਰ ਕੋਈ ਜਾ ਨਹੀਂ ਸਕਦਾ, ਉੱਥੇ ਵੀ ਉਹਨੇ ਕਿਹਾ ਚੌਟਾਲਾ ਸਾਹਿਬ ਬਹੁਤ ਅੱਛੀ ਬਾਤ, ਚਾਹ ਪੀਓ, ਬੈਠੋ ਔਰ ਜਾਓ। ਮਾਈਕ ਨਹੀਂ ਦਿੱਤਾ ਉੱਥੇ। ਮੈਂ ਉਹਨੂੰ ਕਹਿ ਰਿਹਾ ਸੀ ਕੀ ਬਣੇਗਾ, ਕੁਝ ਨਹੀਂ ਬਣੇਗਾ। ਪਹਿਲੀ ਵਾਰੀ ਲੋਕਾਂ ਨੂੰ ਸੂਝ ਆ ਰਹੀ ਹੈ ਦੁਸ਼ਮਣ ਕੌਣ ਹੈ, ਦੋਸਤ ਕੌਣ ਹੈ। ਪਹਿਲੀ ਵਾਰੀ ਬਾਦਲ ਹੋਰੀ ਜਿਹੜੀ ਅੱਜ ਤੱਕ ਇਸ ਗੱਲ ਦੀ ਕਮਾਈ ਖਾਂਦੇ ਰਹੇ ਕਿ ਉਹ ਜੱਟ ਹੈ, ਇਸ ਵਕਤ ਕਿਸਾਨਾਂ ਦੇ ਨੇਤਾ ਹੈ। ਕਿਸਾਨ ਨੇ ਕਿਹਾ ਨਹੀਂ, ਜਾਤ ਨੇਤਾ ਨਹੀਂ ਹੋ ਸਕਦੀ, ਜਿਹੜਾ ਸਾਡੇ ਵਾਸਤੇ ਖੜਾ ਹੋਵੇਗਾ ਹੁਣ ਉਹ ਨੇਤਾ ਹੋਵੇਗਾ। ਇਹ ਨਵੀਆਂ ਪੈੜਾਂ ਪੈ ਰਹੀਆਂ ਨੇ ਇਸ ਸੰਸਦ ਵਿੱਚ ਵੀ, ਔਰ ਜਿਹੜਾ ਇਹ ਨਵੀਂ ਰਾਜਨੀਤੀ 'ਚ ਇੱਕ ਨਵਾਂ ਆਗਾਜ਼ ਵੀ ਹੋ ਰਿਹਾ ਹੈ। ਤੁਸੀਂ ਜ਼ਿਕਰ ਕੀਤਾ ਕਿ ਬੀਬਾ ਹਰਸਿਮਰਤ ਕੌਰ ਜਿਹੜੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੀ ਸੀ, ਮਿਨਿਸਟਰ ਰਹੇ ਨੇ, ਔਰ ਜਦੋਂ ਇਹ ਕਾਨੂੰਨ ਬਣੇ ਨੇ ਉਦੋਂ ਭਾਗੀਦਾਰੀ ਰਹੀ ਇਹਨਾਂ ਦੀ। ਹੁਣ ਅਕਾਲੀ ਦਲ ਤੇ ਹੋਰ 6 ਪਾਰਟੀਆਂ ਨੇ ਰਲ ਕੇ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਭਾਰਤ ਦੇ ਰਾਸ਼ਟਰਪਤੀ ਨੇ, ਉਹਨਾਂ ਨੂੰ ਇੱਕ ਚਿੱਠੀ ਲਿਖੀ ਹੈ ਜੀ ਕਿ ਸਾਨੂੰ ਜਿਹੜੀ ਸੰਸਦ ਦੇ ਵਿੱਚ ਇਹਨਾਂ ਬਿੱਲਾਂ ਦੇ ਉੱਪਰ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਸਰਕਾਰ ਜਿਹੜੀ ਆ ਉਹ ਧਿਆਨ ਨਹੀਂ ਦੇ ਰਹੀ। ਉਹ ਦੇਖੋ ਸਰਕਾਰ ਮੰਨੇ ਨਹੀਂ ਮੰਨੇ, ਇਹ ਕੀ ਕਹਿ ਰਹੇ ਨੇ, ਲਿਖ ਰਹੇ ਨੇ, ਉਹ ਇੱਕ ਚੱਲੇਗਾ, ਪੈਰਲ ਚੱਲੇਗਾ ਜੀ। ਕਿਉਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਸਾਰੀ ਪੋਲੀਟੀਕਲ ਪਾਰਟੀਆਂ ਸਾਹਮਣੇ ਇੱਕ ਨਵੀਂ ਚੁਣੌਤੀ ਆ ਗਈ ਹੈ ਕਿ ਵੀ ਇਹ ਜਿਹੜਾ ਲੋਕ ਜਾਗਰੂਕ ਹੋ ਰਹੇ ਨੇ, ਇਹਨਾਂ ਨੂੰ ਕੱਲ ਫੇਸ ਤੁਸੀਂ ਕਿਵੇਂ ਕਰੋਗੇ। ਮਤਲਬ ਹਰ ਜਗ੍ਹਾ ਸਵਾਲ ਉੱਠ ਰਹੇ ਨੇ, ਉਹ ਸਿਰਫ ਪੰਜਾਬ 'ਚ ਨਹੀਂ, ਹਰਿਆਣੇ 'ਚ ਉੱਠ ਰਹੇ ਨੇ। ਸਾਰੀ ਪੋਲੀਟੀਕਲ ਪਾਰਟੀਆਂ ਮੈਨੂੰ ਦੱਸ ਰਿਹਾ ਹੈ ਕਿ ਚੌਟਾਲਾ ਸਾਹਿਬ ਤੇ ਇਸ ਵਾਸਤੇ ਗਏ ਸੀ ਵੀ ਮੈਂ ਤੇ ਗੇੜਾ ਮਾਰਾਂਗਾ ਤੇ ਸਾਰਾ ਹਰਿਆਣਾ ਜੈ ਜੈ ਕਰਕੇ ਵੀ ਚੌਟਾਲਾ ਸਾਹਿਬ ਆ ਗਏ ਨੇ, ਕਿਸੇ ਨੇ ਸੁੰਘਿਆ ਨਹੀਂ ਉਹਨੂੰ, ਵਾਪਸ ਚਲੇ ਗਏ ਨੇ। ਇਸ ਵਾਸਤੇ ਉਹ ਹੋਰ ਕੀ ਕਰਨਗੇ, ਉਹ ਰਾਸ਼ਟਰਪਤੀ ਨੂੰ ਲਿਖ ਕੇ ਦੇਣਗੇ ਬਹਿਸ ਕਰਾਓ। ਪਹਿਲੀ ਵਾਰ ਹੋਇਆ ਦੁਰਕਾਰੇ ਗਏ ਨੇ ਨੇਤਾ ਰਹੀ। ਚਲੋ ਮੈਂ ਦੁਰਕਾਰਿਆ ਸ਼ਬਦ ਨਹੀਂ ਕਹਿਣਾ ਚਾਹੁੰਦਾ, ਪਰ ਲੋਕਾਂ ਸੁੰਘਿਆ ਨਹੀਂ ਉਹਨੂੰ, ਮੈਂ ਉਹ ਸ਼ਬਦ ਬਿਹਤਰ ਰਹੇਗਾ। ਸ਼ਬਦ ਨਹੀਂ ਵਰਤਦੇ ਪਰ ਮਤਲਬ ਉਹੀ ਹੈ। ਹਾਂ, ਉਹ ਸਿਰਫ ਇਹ ਨਹੀਂ ਹੈ, ਪੂਰੇ ਪੰਜਾਬ ਦੇਖੋ, ਪੂਰੇ ਹਿੰਦੁਸਤਾਨ 'ਚ, ਯੂਪੀ 'ਚ ਇਹ ਚੀਜ਼ਾਂ ਨਵੀਆਂ ਉੱਭਰ ਕੇ ਆ ਰਹੀਆਂ ਕਿ ਪਹਿਲੀ ਵਾਰੀ ਲੋਕ ਜਿਹੜੇ ਰੱਜ ਗਏ ਸੀ ਇਸ ਰਾਜਨੀਤੀ ਤੋਂ, ਕੋਈ ਰਾਸਤਾ ਨਹੀਂ ਮਿਲ ਪਾ ਰਿਹਾ ਸੀ ਕਿ ਜਾਈਏ ਕਿਹੜੇ ਪਾਸੇ। ਇਸ ਕਿਸਾਨ ਮੂਵਮੈਂਟ ਨੇ, ਮੈਂ ਜਦੋਂ ਇੱਥੇ ਆਇਆ ਸੀ 28 ਦਸੰਬਰ ਨੂੰ, ਜਨਵਰੀ 'ਚ ਕੁਝ ਦੋਸਤਾਂ ਨੇ ਸਵਾਲ ਕੀਤੇ ਕਿ ਲੰਮਾ ਕਿੰਨਾ ਚੱਲੇਗਾ, ਤੇ ਮੈਂ ਮਜ਼ਾਕ ਕੀਤਾ ਸੀ ਕਿ ਜਿਹੜਾ ਬੱਚਾ ਪ੍ਰੀ ਮੈਚੋਰ ਪੈਦਾ ਹੁੰਦਾ ਹੈ ਕਿ ਉਹ ਬੱਚੇ ਦੇ ਪਤਾ ਨਹੀਂ ਹੁੰਦਾ ਲਾਈਫ ਕਿੰਨੀ ਕੁ ਹੋਏਗੀ। ਜਿੰਨਾ ਬੱਚਾ ਮੈਚੋਰ ਹੋਏਗਾ ਉਹਨਾਂ ਖੂਬਸੂਰਤ ਹੋਏਗਾ। ਇਹਨੂੰ ਚੱਲਣ ਦਿਓ, ਬਹੁਤ ਲੰਮਾ ਚੱਲਣ ਦਿਓ, ਸਿਹਤਮੰਦ ਹੋਵੇਗਾ, ਇਹਨੂੰ ਲੰਮਾ ਚੱਲਣ ਦਿਓ। ਮੈਂ ਅੱਜ ਵੀ ਕਹਿ ਰਿਹਾ ਕਿ ਸਭ ਨੂੰ ਵੱਡੀ ਮੂਰਖਤਾ ਕਰ ਚੁੱਕਿਆ ਮੋਦੀ, ਔਰ ਉਹਦਾ ਕੋਈ ਉਹਦੇ ਕੋਲ ਹੱਲ ਨਹੀਂ ਅੱਜ। ਕਿ ਪਹਿਲੀ ਵਾਰੀ ਹਿੰਦੁਸਤਾਨ ਦੇ ਉਸ ਹਿੰਦੁਸਤਾਨ 'ਚ ਜਿੰਨੀਆਂ ਕੋਰਟਾਂ ਵਿੱਚ ਜੱਜਾਂ ਸਾਹਮਣੇ ਪੁਲਿਸ ਦੇ ਮੌਜੂਦਗੀ 'ਚ ਲੋਕਾਂ ਨੂੰ ਕੁੱਟਿਆ ਜਾ ਰਿਹਾ ਸੀ, ਔਰ ਪੂਰੇ ਮੁਲਕ ਨੂੰ ਲਕਵਾ ਹੋਇਆ ਸੀ, ਬੋਲ ਨਹੀਂ ਰਿਹਾ ਸੀ ਜੀ ਵੀ ਬਣੇਗਾ ਕੀ। ਇਹੀ ਹਿੰਦੁਸਤਾਨ ਸੀ। ਪਹਿਲੀ ਵਾਰੀ ਹਿੰਦੁਸਤਾਨ ਦੀ ਜ਼ਮੀਨ ਦੇ ਜਾਇਆ ਨੇ ਅੱਜ ਇਹ ਸਾਬਤ ਕਰ ਦਿੱਤਾ ਹੈ, ਔਰ ਉਹਨਾਂ ਨੂੰ ਇਹ ਹੌਸਲਾ ਹੋ ਗਿਆ ਹੈ ਕਿ ਅਸੀਂ ਸਾਲਾਂ ਸਾਲ ਤੱਕ ਲੜ ਸਕਦੇ ਹਾਂ।
ਔਰ ਜਿਹੜੀ ਨਸਲ ਦੇ ਵਿੱਚ ਜਿਹੜੀ ਲੋਕਾਂ 'ਚ ਇਹ ਆ ਜਾਏ ਅਹਿਸਾਸ ਕਿ ਅਸੀਂ ਸਾਲਾਂ ਸਾਲ ਲੜ ਸਕਦੇ ਹਾਂ, ਉਹ ਕਦੀ ਹਾਰ ਨਹੀਂ ਸਕਦੇ। ਇਹ ਪੂਰੀ ਦੁਨੀਆ ਦੇ ਤੁਸੀਂ ਤਜਰਬਿਆਂ ਨੂੰ ਸਿੱਖ ਲਓ ਵੀ ਤਰਾਮੀਆਂ ਨੇ ਫੈਸਲਾ ਕਰਨਾ ਜਿੱਤਣਾ ਹੈ। ਅਮਰੀਕਾ ਨੂੰ ਮਾਰ ਮਾਰ ਕੇ ਕੱਢ ਦਿੱਤਾ ਸੀ, ਅਫਗਾਨਿਸਤਾਨ ਦੇਖ ਲਓ ਤੁਸੀਂ ਜੀ। ਇਹ ਜਿਹੜੀ ਲੜਾਈ ਨੂੰ ਤੁਸੀਂ ਉਸ ਪੱਖੋਂ ਦੇਖੋਗੇ ਤੇ ਇੱਕ ਇਹਦੀ ਬੜੀ ਵੱਡੀ ਖੂਬਸੂਰਤੀ ਲੋਕ ਨੂੰ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਇਹਨੇ ਇੱਕ ਨਵੇਂ ਆयाम ਪੈਦਾ ਕੀਤੇ ਨੇ ਇਸ ਅੰਦੋਲਨ ਨੇ। ਤੇ ਹਰਪਾਲ ਜੀ ਹੁਣ ਬ੍ਰੇਕ ਦਾ ਸਮਾਂ ਹੋ ਚੁੱਕਿਆ ਜੀ, ਬ੍ਰੇਕ ਲੈ ਲੈਂਦੇ ਹਾਂ। ਕੁਝ ਹੋਰ ਮੁੱਦੇ ਨੇ ਉਹਨਾਂ ਪਰ ਵੀ ਗੱਲਬਾਤ ਕਰਦੇ ਹਾਂ ਜੀ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ, ਜਲਦ ਹਾਜ਼ਰ ਹੋਣੇ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਆ ਹਰਿਆਣਾ ਦੇ ਐਕਸ MLA ਸਰਦਾਰ ਹਰਪਾਲ ਸਿੰਘ ਜੀ ਦੇ ਨਾਲ। ਭਾਜੀ ਮੁੜ ਜੀ ਆਇਆਂ ਨੂੰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਸੰਯੋਗ ਦੀ ਗੱਲ ਹੈ ਜੀ ਕਿ ਤੁਹਾਨੂੰ ਵੀ ਕੈਨੇਡਾ ਵਿੱਚ ਆਇਆ ਨੂੰ 8 ਮਹੀਨੇ ਹੋ ਗਏ, ਔਰ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਵਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਦਿੱਲੀ ਦੀਆਂ ਬਰੂਹਾਂ ਤੇ ਹੁਣ ਪਾਰਲੀਮੈਂਟ ਦੀ ਬਰੂਹਾਂ ਤੇ, ਉਹਨੂੰ ਵੀ ਲਗਭਗ 8 ਮਹੀਨਿਆਂ ਦਾ ਸਮਾਂ ਹੋ ਚੁੱਕਿਆ। ਤੁਸੀਂ ਕੀ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸੂਬਿਆਂ ਦੇ ਵਿੱਚ ਇਲੈਕਸ਼ਨ ਵੀ ਹੋਣੇ ਆ, ਜਾਂ ਜਿਹੜੀ ਉੱਥੋਂ ਦੀ ਕੇਂਦਰੀ ਰਾਜਨੀਤੀ ਆ ਉਹਦੇ ਉੱਪਰ ਇਹਨਾਂ ਦੇ ਕੀ ਪ੍ਰਤੀਕਿਰਿਆ ਹੋ ਸਕਦੀ, ਕੀ ਇੰਪਲੀਕੇਸ਼ਨਸ ਹੋ ਸਕਦੀਆਂ ਨੇ? ਇੱਕ ਚੀਜ਼ ਤਾਂ ਮੈਂ ਕਹਿਣਾ ਚਾਹੂੰਗਾ, ਫਰੋਮ ਵੈਰੀ ਬਿਗਨਿੰਗ ਮੈਂ ਕਿਹਾ ਸੀ ਕਿ ਇਹ ਸਰਕਾਰ ਜਾਏਗੀ ਔਰ ਮੋਦੀ ਵੀ ਜਾਏਗਾ ਜੀ, ਕਾਨੂੰਨ ਵਾਪਸ ਹੋਣਗੇ। ਦੂਜਾ ਮੈਂ ਇਹ ਕਹਿਣਾ ਚਾਹੁੰਦਾ ਖਾਸ ਕਰਕੇ ਕਿ ਕਿਉਂਕਿ ਇਹਨਾਂ ਦਿਨਾਂ 'ਚ ਬਹੁਤ ਰੌਲਾ ਸੀ ਕਿ ਇਹ ਪੋਲੀਟੀਕਲ ਹੋਣਾ ਚਾਹੀਦਾ, ਅੰਦੋਲਨ ਨਹੀਂ ਹੋਣਾ ਚਾਹੀਦਾ। ਇਹ ਪੋਲੀਟੀਕਲ ਹੋਏਗਾ, ਅਜੇ ਦਾ ਟਾਈਮ ਨਹੀਂ ਆਇਆ। ਔਰ ਜਿਹੜੇ ਕਿਸਾਨ ਮੋਰਚਾ ਦੇ ਨੇਤਾ ਬੜੇ ਸਿਆਣੇ ਨੇ ਜੀ, ਠੀਕ। ਪਰ ਇਸ ਦੌਰਾਨ ਜਿਹੜਾ ਸੰਕਟ ਵਧਿਆ ਹੈ, ਆਰਥਿਕ ਸੰਕਟ, ਜਿਹਦਾ ਹੱਲ ਨਹੀਂ ਹੈ ਇਸ ਸੰਸਥਾ ਕੋਲ, ਉਹਦੇ ਵਿੱਚੋਂ ਕਾਰਪੋਰੇਟ ਨੂੰ ਨਿਕਲਣ ਵਾਸਤੇ ਇੱਕ ਰਾਸਤਾ ਤਲਾਸ਼ ਕਰ ਰਹੀ ਹੈ, ਜਿਹਦਾ ਮੋਹਰਾ ਉਹ ਇਸ ਟਾਈਮ ਬਣ ਸਕਦਾ। ਜਿਵੇਂ ਇੱਕ ਟਾਈਮ ਮਨਮੋਹਨ ਸਿੰਘ ਜਦੋਂ ਡੀਕਲਾਈਨ ਹੋ ਰਿਹਾ ਸੀ, ਉਹਦਾ ਪਾਲਿਸੀ ਕਾਰਨ ਜਿਹੜਾ ਕਰਾਚੀ ਵਧਿਆ ਸੀ ਤੇ ਉਹ ਫੇਸ ਉਭਾਰਿਆ ਸੀ, ਅੰਨਾ ਹਜ਼ਾਰੇ ਇੱਕ ਮੂਵਮੈਂਟ ਬਿਲਡ ਕੀਤਾ ਸੀ ਜਿਹਦੇ ਤੋਂ ਕੇਜਰੀਵਾਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਔਰ ਬਾਅਦ 'ਚ ਫਿਰ ਦੇਖਿਆ ਕਿ RSS ਔਰ ਇਹ ਨੈਟਵਰਕ ਤੁਹਾਨੂੰ ਜ਼ਿਆਦਾ ਬੈਨੀਫਿਸ਼ਰੀ ਰਹੇਗਾ। ਅੱਜ ਉਹੀ ਕੋਸ਼ਿਸ਼ ਦੁਬਾਰਾ ਕਾਰਪੋਰੇਟ ਕਰ ਰਿਹਾ ਹੈ। ਕਾਰਪੋਰੇਟ ਦੀ ਕੋਸ਼ਿਸ਼, ਮੇਰਾ ਸਮਝਣਾ ਹੈ ਕਿ ਕਾਰਪੋਰੇਟ ਦੀ ਕੋਸ਼ਿਸ਼ ਰਹੇਗੀ। ਮਮਤਾ ਨੇ ਕਿਉਂਕਿ ਉੱਥੇ ਹਰਾ ਦਿੱਤਾ ਹੈ, ਉਹਨੂੰ ਫੇਸ ਬਣਾ ਕੇ ਤੇ ਦੁਬਾਰਾ ਸਾਰੇ ਦੇਸ਼ ਦੀਆਂ ਪਾਰਟੀਆਂ ਨੂੰ ਲੈ ਕੇ ਇੱਕ ਵਿੱਚੋਂ ਰਾਸਤਾ ਨਵਾਂ ਕੱਢਿਆ ਜਾਏ। ਕਿਉਂਕਿ ਅੱਜ ਚਾਹੇ ਮਮਤਾ ਹੈ ਚਾਹੇ ਸਾਰੀ ਓਪੋਜੀਸ਼ਨ ਜਿਹੜੀ ਇਕੱਠੀ ਹੋ ਰਹੀ ਹੈ, ਉਹ ਇਹ ਕਹਿ ਰਹੇ ਨੇ ਬੀਜੇਪੀ ਨੂੰ ਹਟਾਉਣਾ ਪਹਿਲਾ ਕੰਮ ਕਿਸਾਨਾਂ ਦਾ ਵੀ ਹੈ। ਕਿਸਾਨ ਵੀ ਕਹਿ ਰਹੇ ਨੇ ਇਸ ਵਾਸਤੇ, ਉਹ ਕਹਿੰਦੇ ਕਿ ਹਟਾਓ, ਜਿਹੜਾ ਮਰਜ਼ੀ ਆ ਜਾਏ, ਉਹਨੂੰ ਕੋਈ ਵਾਸਤਾ ਨਹੀਂ ਹੈ। ਪਰ ਜਿਹੜਾ ਆ ਰਿਹਾ ਹੈ ਉਹ ਇਹ ਨਹੀਂ ਦੱਸ ਰਿਹਾ ਕਿ ਉਹ ਕਾਰਪੋਰੇਟ ਵਿਰੋਧੀ ਪਾਲਿਸੀ ਲੈ ਕੇ ਆਏਗਾ। ਇਹ ਸਵਾਲ ਬੜਾ ਆਉਣ ਵਾਲੇ ਸਮੇਂ 'ਚ ਉੱਠੇਗਾ। ਉਹ ਤਾਂ ਇਸ ਜਲਦੀ ਚਾਹੇ ਕਾਰਪੋਰੇਟ ਦਾ ਵੀ ਸ਼ਾਇਦ ਇੱਕ ਦੀ ਰਾਹ ਨਿਕਲ ਜਾਏਗਾ, ਜਿਵੇਂ ਪਹਿਲੋਂ ਕੱਢਦੇ ਰਹੇ ਨੇ। ਦੇਵਗੌੜਾ ਦੀ ਸਰਕਾਰ ਆਈ, ਇੱਕ ਟਾਈਮ ਆਇਆ, ਰਿਲੀਫ ਥੋੜਾ ਦਿੱਤਾ, ਫਿਰ ਉਨੀ ਮਹਿੰਗਾਈ ਨਾਲ ਉਹਨਾਂ ਲੋਕਾਂ ਵਿੱਚੋਂ ਮਾਲ ਵਾਪਸ ਲੈ ਲਿਆ ਜੀ। ਪਰ ਇਸ ਜਿਹੜੇ ਅੰਦੋਲਨ ਦੇ ਨਵੇਂ ਆयाम ਦੱਸ ਰਹੇ ਹੈ ਕਿ ਅਗਲੀ ਸਰਕਾਰ ਜਿਹੜੀ ਮਰਜ਼ੀ ਬਣ ਜਾਏ, ਜਿਹੜੀ ਬਣੇਗੀ, ਔਰ ਜਿਹੜੇ ਚਾਅ ਚੁੱਕ ਬਣ ਰਹੇ ਨੇ ਵੀ ਇੱਕ ਵਾਰੀ ਅਸੀਂ ਬਣ ਜਾਣਾ, ਤਾਂ ਉਸ ਤੋਂ ਬਾਅਦ ਕਾਰਪੋਰੇਟ ਸੋਚਦਾ ਕਿ ਲੋਕਾਂ ਦਾ ਡਾਇਵਰਸ਼ਨ ਤਾਂ ਹੋ ਹੀ ਜਾਏਗਾ ਵੀ ਬੀਜੇਪੀ ਮੋਦੀ ਹਾਰ ਗਿਆ। ਕੋਈ ਮੋਦੀ ਰਿਸ਼ਤੇਦਾਰ ਨਹੀਂ ਕਾਰਪੋਰੇਟ ਦਾ। ਮੋਦੀ ਨਾਲ ਜ਼ਿਆਦਾ ਵਫਾਦਾਰ ਸੀ ਮਨਮੋਹਨ ਸਿੰਘ, ਜਿਹੜਾ ਵਿਚਾਰਾ ਖਰਚ ਵੀ ਨਹੀਂ ਕਰਦੇ, ਘਰੋਂ ਖਾ ਕੇ ਉਹਨੇ ਸਾਰੀ ਸੇਵਾ ਕੀਤੀ ਹੈ। ਇਹ ਤਾਂ ਉਹਨਾਂ ਨੂੰ ਖਾ ਵੀ ਬਹੁਤ ਰਿਹਾ, ਹਵਾਈ ਜਹਾਜ਼ ਵਰਤਦਾ, ਉਹਨਾਂ ਦੇ ਪੈਸੇ ਵਰਤਦਾ, ਰੋਜ਼ ਕਰੋੜਾਂ ਰੁਪਏ ਦੀਆਂ ਵਰਦੀਆਂ ਵਰਤਦਾ ਇਹ ਉਹਨਾਂ। ਪਰ ਕਾਰਪੋਰੇਟ ਨੂੰ ਤਾਂ ਇੱਕ ਆਪਣੀ ਡਿਫੈਂਸ ਵਾਸਤੇ, ਆਪਣੇ ਵਾਸਤੇ ਬੰਦਾ ਚਾਹੀਦਾ ਹੈ। ਇਸ ਵਾਸਤੇ ਨਵਾਂ ਫੇਸ ਲੈ ਕੇ ਆਉਣਗੇ, ਤਬਦੀਲੀ। ਕਿਉਂਕਿ ਅੱਜ ਜਿਸ ਤਰੀਕੇ ਨਾਲ ਫਾਸਿਜ਼ਮ ਨੇ ਰੂਪ ਧਾਰਿਆ ਹੈ, ਇਹਦੇ ਵਿੱਚੋਂ ਜਿਹੜੀ ਅਗਲੇ ਆਉਣ ਵਾਲੇ ਸਮੇਂ ਮੈਂ ਮਹਿਸੂਸ ਕਰਦਾ ਦੇਸ਼ ਦੀ ਰਾਜਨੀਤੀ ਪਰਿਵਰਤਨ ਆਉਣੇ ਨੇ। ਉਹ ਪਰਿਵਰਤਨ ਇਹ ਹੈ ਕਿ ਜਿਹੜੀ ਮਰਜ਼ੀ ਸਰਕਾਰ ਆ ਗਈ, ਇਹ ਇਸ ਵਾਸਤੇ 3 ਕਾਨੂੰਨਾਂ ਤੇ ਨਹੀਂ ਗੱਲ ਖਤਮ ਹੋਣੀ। 3 ਕਾਨੂੰਨ ਜਦੋਂ ਨਹੀਂ ਆਇਆ ਸੀ, ਕੀ ਉਦੋਂ ਕਿਸਾਨੀ ਸੁਖੀ ਸੀ? 3.5 ਲੱਖ ਕਿਸਾਨ ਆਤਮ ਹੱਤਿਆ ਕੀਤੀ ਹੈ ਕਾਨੂੰਨ ਆਉਣ ਤੋਂ ਪਹਿਲਾਂ, ਮੈਂ ਗੱਲ ਕਰ ਰਿਹਾ। ਔਰ ਜਦੋਂ ਇਹ ਕਾਨੂੰਨ ਨਹੀਂ ਆਇਆ ਸੀ, ਮੈਂ ਹਰਿਆਣੇ 'ਚ ਮੈਂ ਦੱਸਿਆ, ਮੈਂ ਥੱਲੇ ਕੰਮ ਕੀਤਾ ਹੈ। ਅਸੀਂ ਹਰ ਸਾਲ ਮੰਡੀਆਂ 'ਚ ਫਸਲ ਵੇਚਣ ਵਾਸਤੇ, ਹਰ ਸਾਲ ਜਿੱਥੇ ਸਾਡੀਆਂ ਥੋੜ੍ਹੀ ਬਹੁਤ ਜਥੇਬੰਦੀਆਂ ਸੀ, ਸਾਡੇ ਟਕਰਾਓ ਰਹੇ ਲਗਾਤਾਰ। ਮਤਲਬ ਇਹਨਾਂ ਕਾਨੂੰਨਾਂ ਦੇ ਨਾ ਹੋਣ ਕਰਕੇ ਵੀ ਇਹ ਤਾਂ ਮਤਲਬ ਇਹ ਕਾਨੂੰਨ ਅੱਜ ਹਟ ਜਾਣਗੇ ਤੇ ਫਿਰ ਲੋਕੀ ਸੌਖੇ ਹੋਣਗੇ? ਨਹੀਂ। ਅਗਲਾ ਸਵਾਲ ਜਿਹੜਾ ਜਿੱਥੋਂ ਡਰਿਆ ਹੈ ਕਾਰਪੋਰੇਟ, ਫਿਰ ਆ ਗਿਆ ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਕਰੋ। ਦੇਸ਼ ਭਰ 'ਚ ਮਿਨੀਮਮ ਪ੍ਰੋਫਿਟੇਬਲ ਪ੍ਰਾਈਸ, ਉਹਦਾ ਫਾਰਮੂਲਾ ਦਿੱਤਾ ਹੈ 1+1.5 ਖਰਚੇ ਨੂੰ ਜੋੜ ਕੇ ਸਾਨੂੰ ਦਿਓ। ਉੱਥੋਂ ਪਤਾ ਹੈ ਕਿ ਫਿਰ ਜਿਹੜਾ ਕਾਰਪੋਰੇਟ ਦੇ ਮੁਨਾਫਿਆਂ 'ਚ ਰੋਕ ਲੱਗੇਗੀ, ਸਬਸਿਡੀਆਂ ਡਾਇਵਰਟ ਕਰਨੀਆਂ ਪੈਣਗੀਆਂ। ਇੱਥੇ ਕਾਰਪੋਰੇਟ ਨਵਾਂ ਰਾਸਤਾ ਕਰਨਾ ਚਾਹੁੰਦਾ ਹੈ। ਔਰ ਇਹਦੀ ਇਹੀ ਖੂਬਸੂਰਤੀ ਹੈ ਕਿ ਆਉਣ ਵਾਲੇ ਸਮੇਂ 'ਚ ਉਹਨੇ ਕਿਹਾ ਸੀ, ਹਰਿਆਣਵੀ ਸਾਡੇ ਕਹਾਵਤ ਕਹਿੰਦੇ ਨੇ, ਉਹ ਕੋਈ ਉੱਪਰੋਂ ਲੰਘ ਗਿਆ, ਸਹਿ ਟੱਪ ਕੇ ਰੋਲਾ ਪਾਤਾ, ਮਰ ਗਿਆ। ਬੋਲਾ ਕੀ ਬਾਤ ਹੋ ਗਈ, ਕੋਈ ਹਾਥੀ ਤੋਂ ਨਹੀਂ ਟੱਪ ਗਿਆ।
बोलिया रास्ता बन गया, आगे हाथी भी टप सके अगर खरगोश टप गया है। अगले रास्ते तो कारपोरेट डरिया है कि अगर ये मंगा मन गए तो अगलियां मंगा फिर तैयार बैठी ने, बाकी हिस्से भी तैयार बैठे ने। एक रास्ता दे दिता कि लड़िया जा सकता है, लड़के जितया जा सकता है और लड़के ही पॉलिसी को चेंज किया जा सकता है, पॉलिटिक्स को चेंज किया जा सकता है। ये तीन चीज़ां जिहड़ियां अंदोलन दियां ਜਿਹੜੀਆਂ ਅਚੀਵਮੈਂਟ ਮੰਨ ਕੇ ਚੱਲ ਰਹੇ ਆ। ਔਰ ਨਵਾਂ ਫੇਸ ਆਏਗਾ, ਉਹਨੂੰ ਕਰਨਾ ਪਏਗਾ ਕਿਉਂਕਿ ਮੋਦੀ ਜਾ ਰਿਹਾ ਹੈ। ਇਹਨਾਂ ਸਾਰੀਆਂ ਸਟੇਟਾਂ ਬੀਜੇਪੀ ਵੀ ਜਾ ਰਹੀ ਹੈ। ਆਏਗਾ ਕੌਣ, ਕੌਣ ਵਿਕੇਗਾ, ਕੌਣ ਖਰੀਦੇਗਾ, ਕਿਹਨੂੰ, ਘੋੜਿਆਂ ਨੂੰ, ਕਿਉਂਕਿ ਕਈ ਜਗ੍ਹਾ ਪਹਿਲੇ ਬੀਜੇਪੀ ਹਾਰੀ ਫਿਰ ਸਰਕਾਰ ਬਣਾ ਗਈ ਜੀ। ਘੋੜੇ ਵਿਕਾਊ ਹੈ, ਵੇਚਣ ਵਾਲੇ ਪਿੱਛੇ ਬੈਠੇ ਨੇ। ਪਰ ਹੁਣ ਅੱਗੇ ਇਹ ਨਹੀਂ ਹੋਏਗਾ, ਅਗਰ ਜਿਹੜੇ ਆਣਗੇ ਉਧਰ ਭੱਜਣੇ ਸ਼ੁਰੂ ਹੋ ਜਾਣਗੇ, ਉਹੀ ਬੰਦੇ ਆ, ਉਹਨਾਂ ਜਾਣਾ ਜੀ। ਕਿਉਂਕਿ ਨਵੇਂ ਲੋਕ ਉੱਭਰ ਕੇ ਅੰਦੋਲਨਾਂ ਚ ਆਉਣਗੇ, ਜਿਹੜੇ ਇਹਨਾਂ ਸੰਘਰਸ਼ਾਂ ਚੋਂ ਨਿਕਲਣਗੇ, ਉਹ ਜਦੋਂ ਪਾਰਲੀਮੈਂਟ ਜਾਣਗੇ ਉਦੋਂ ਵਾਸਤਵਿਕ ਤਬਦੀਲੀਆਂ ਉਦੋਂ ਆਉਣੀਆਂ ਸ਼ੁਰੂ ਹੋਣੀਆਂ ਨੇ। ਅਜੇ ਤਾਂ ਉਹ ਘੋੜੇ ਉਹਨਾਂ ਦੇ ਨੇ, ਸਾਰਾ ਕੁਝ ਉਹ ਡਰੇ ਹੋਏ ਘੋੜਿਆਂ ਦੇ ਦਾਅ ਲੱਗ ਰਹੇ ਨੇ। ਕੌਣ ਜਿੱਤੇਗਾ, ਕੌਣ ਹਾਰੇਗਾ, ਆਉਣ ਵਾਲਾ ਸਮਾਂ ਦੱਸੇਗਾ। ਪਰ ਬੀਜੇਪੀ ਨਹੀਂ ਆ ਰਹੀ, ਬੀਜੇਪੀ ਜਾ ਰਹੀ ਹੈ ਔਰ ਮੋਦੀ ਵੀ ਜਾਏਗਾ ਜੀ, ਇਹ ਨਿਸ਼ਚਿਤ ਹੈ। ਅਗਲਾ ਬੜਾ ਅਹਿਮ ਸਵਾਲ ਹੈ ਜੀ, ਮਮਤਾ ਬੈਨਰਜੀ ਨੇ ਵੈਸਟ ਬੰਗਾਲ ਦੇ ਰੀਸੈਂਟਲੀ ਉਹ ਚੀਫ ਮਿਨਿਸਟਰ ਬਣੇਗੇ ਔਰ ਕੱਲ ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮਿਲਣ ਪਹੁੰਚੇ। ਇੱਕ ਬੜਾ ਅਹਿਮ ਇਸ ਵੇਲੇ ਮੁੱਦਾ ਚੱਲ ਰਿਹਾ ਜੀ, ਉਹ ਹੈਗਾ ਪੈਗਾਸਸ ਜਸੂਸੀ ਕਾਂਡ। ਕਾਫੀ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦੀ ਜਸੂਸੀ ਕਰਵਾਈ ਗਈ ਹੈ ਵੱਖ-ਵੱਖ ਏਜੰਸੀਆਂ ਵੱਲੋਂ, ਜੇ ਮੈਂ ਨਾ ਗਲਤ ਨਾ ਕਹਿ ਲਓ ਭਾਰਤ ਸਰਕਾਰ ਵੱਲੋਂ ਜਾਂ ਮੋਦੀ ਸਰਕਾਰ ਵੱਲੋਂ। ਸੋ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਵੀ ਇੱਕ ਸੁਪਰੀਮ ਕੋਰਟ ਦਾ ਇੱਕ ਨਿਰਪੱਖ ਜਿਹੜਾ ਪੈਨਲ ਆ ਉਹ ਬਿਠਾਇਆ ਜਾਵੇ, ਜਾਂਚ ਕਰਾਈ ਜਾਵੇ। ਤੇ ਨਾਲ ਦੇ ਨਾਲ ਉਹਨਾਂ ਨੇ ਕੋਵਿਡ ਦੀ ਜਿਹੜੀ ਵੈਕਸੀਨੇਸ਼ਨ ਆ, ਜਿਹੜੀ ਕਿ ਵੈਸਟ ਬੰਗਾਲ ਨੂੰ ਉਹਨਾਂ ਦੀ ਪਾਪੂਲੇਸ਼ਨ ਦੇ ਅਕੋਰਡਿੰਗਲੀ ਮਿਲਣੀ ਚਾਹੀਦੀ ਸੀ, ਉਹਦੇ ਉੱਪਰ ਵੀ ਇਤਰਾਜ਼ ਜਤਾਇਆ ਵਾ ਵੀ ਨਹੀਂ ਮਿਲੀ। ਸੋ ਇਸ ਨੂੰ ਤੁਸੀਂ ਕਿਵੇਂ ਦੇਖਦੇ ਜੀ? ਇਹਦੀ ਦੋ ਚੀਜ਼ਾਂ ਮੈਂ ਮਹਿਸੂਸ ਕਰਦਾ। ਇੱਕ ਤੇ ਤੁਹਾਨੂੰ ਜਿਹੜਾ ਪੈਗਾਸਸ ਦਾ ਆਇਆ ਹੈ ਜੀ, ਇਹ ਪਹਿਲਾਂ ਏਜੰਸੀਆਂ ਕਰ ਹੀ ਰਹੀਆਂ ਨੇ, ਕੇਸਿਸ ਨੂੰ ਰੱਖਣਾ, ਪੈਂਡਿੰਗ ਕਰਨਾ, ਉਹਨਾਂ ਨੂੰ ਬਲੈਕਮੇਲ ਕਰਨਾ, ਉਹਨਾਂ ਹੈ ਕੀਤਾ ਗਿਆ ਇਸਨੇ। ਈਵਨ ਕਿ ਤੁਹਾਡਾ ਪਿੱਛੇ ਤੱਕ ਇੱਥੇ ਤੱਕ ਆ ਗਿਆ ਕਿ ਤੁਹਾਡਾ ਜਿਹੜਾ ਸੁਪਰੀਮ ਕੋਰਟ ਦੇ ਜੱਜ ਤੱਕ ਖਰੀਦੇ ਹੋਏ ਸਨ। ਬਿਲਕੁਲ। ਇਸ ਅੰਦੋਲਨ ਦੀ ਵੀ ਖੂਬੀ ਮੈਂ ਜੋੜ ਕੇ ਅੰਦੋਲਨ ਨਾਲ ਹੀ ਫਿਰ ਗੱਲ ਕਰਨਾ ਚਾਹਾਂਗਾ। ਇਸ ਅੰਦੋਲਨ ਨੇ ਉਸ ਕੋਰਟਾਂ ਨੂੰ ਵੀ ਫ੍ਰੀ ਕੀਤਾ ਹੈ, ਉਸ ਸ਼ਿਕੰਜੇ ਤੋਂ, ਡਰ ਤੋਂ ਕੱਢਿਆ ਹੈ। ਜਿਹੜੇ ਜਨ ਅੰਦੋਲਨ ਹੁੰਦੇ ਨੇ ਉਹ ਸਭ ਚੀਜ਼ ਨੂੰ ਪ੍ਰਭਾਵਿਤ ਕਰਦੇ ਨੇ। ਅੱਜ ਸੁਪਰੀਮ ਕੋਰਟ ਬੋਲਦੀ ਹੈ, ਪਰ ਸੁਪਰੀਮ ਕੋਰਟ ਦੇ ਕੋਈ ਇਹੋ ਜੱਜ ਸਰਕਾਰ ਨਿਯੁਕਤ ਵੀ ਕਰਦੇ ਜਿਹੜੇ ਉਹਨਾਂ ਦੇ ਬਿਠਾਏ ਹੋਏ ਨੇ, ਉਹ ਕੀ ਰਿਜ਼ਲਟ ਦੇਣਗੇ? ਰਫੇਲ ਬਾਰੇ ਕੀ ਕਿਹਾ ਸੀ ਸੁਪਰੀਮ ਕੋਰਟ ਨੇ ਪਹਿਲੋਂ? ਉਹ ਇੱਕ ਨਿਕਲਣ ਦੇ ਫੇਸ ਸੇਵਿੰਗ ਹੈ, ਆਪਰੇਸ਼ਨ ਦੀ ਵੀ ਔਰ ਰੂਲਿੰਗ ਦੀ ਵੀ। ਜਦ ਪਤਾ ਹੈ ਕਿ ਜਸੂਸੀ ਹੋਈ, ਜਸੂਸੀ ਕਰਵਾਈ ਗਈ ਹੈ, ਔਰ ਸਿਰਫ ਆਪਰੇਸ਼ਨ ਦੀ ਨਹੀਂ ਕਰਵਾਈ ਗਈ, ਉਹਨਾਂ ਦੇ ਆਪਣਿਆਂ ਦੀ ਵੀ ਕਰਵਾਈ ਗਈ ਵੀ ਅੰਦਰੋਂ ਤਾਂ ਨਹੀਂ ਕੋਈ ਗੜਬੜੀ ਕਰ ਰਿਹਾ ਸਾਡੇ, ਇੰਨੇ ਡਰੇ ਹੋਏ ਨੇ ਉਹ। ਇਸ ਵਾਸਤੇ ਉਹ ਤਾਂ ਖੈਰ ਐਕਸਪੋਜ਼ ਹੋ ਚੁੱਕਿਆ, ਲੋਕਾਂ ਨੂੰ ਵਿਸ਼ਵਾਸ ਨਹੀਂ। ਇੱਕ ਟਾਈਮ ਤੱਕ ਤਾਂ ਇਸ ਜਿਹੜੇ ਸੰਘਰਸ਼ ਨੂੰ ਪੂਰੇ ਨੂੰ ਸੁਪਰੀਮ ਕੋਰਟ ਨੇ ਨਿਗੇਟ ਕਰਤਾ ਵੀ ਸਾਨੂੰ ਜ਼ਰੂਰ, ਅਸੀਂ ਸੁਪਰੀਮ ਕੋਰਟ ਕੋਲ ਸਾਨੂੰ ਜ਼ਰੂਰਤ ਨਹੀਂ ਜਾਣ ਦੀ। ਔਰ ਉਹ ਪ੍ਰੂਵ ਸੱਚ ਹੋਇਆ ਕਿਸਾਨਾਂ ਦਾ ਅੰਦੋਲਨ ਕਿ ਅਗਰ ਸੁਪਰੀਮ ਕੋਰਟ ਕੋਲ ਜਾ ਕੇ ਫਸ ਜਾਂਦੇ ਅੱਜ ਤੱਕ ਇਹ ਅੰਦੋਲਨ ਉਖੜ ਜਾਂਦਾ। ਠੀਕ, ਇਸ ਵਕਤ ਉਹ ਮਮਤਾ ਕਹਿ ਰਹੀ ਹੈ, ਅੱਛੀ ਗੱਲ ਹੈ, ਉਹਦੇ ਵਿੱਚ ਬਾਹਰ ਆਉਣਾ ਚਾਹੀਦਾ ਹੈ ਔਰ ਸਰਕਾਰ ਮੰਨ ਜਾਏਗੀ। ਮੈਂ ਨਹੀਂ ਸਮਝਦਾ ਮੰਨ ਜਾਏਗੀ, ਕਿਉਂਕਿ ਮੇਰੀ ਗੱਲ ਸੁਣੋ, ਦੇਖੋ ਆ ਹੁਣ ਪੰਜਾਬ 'ਚ ਰੋੜਾ ਹੋਇਆ ਹੈ, ਉਹ ਰਾਣਾ ਰਣਜੀਤ ਸਿੰਘ, ਉਹ ਰਾਣਾ ਕਿਹੜਾ ਹੈ ਉਹ ਤੁਹਾਡਾ ਸੋਢੀ, ਠੀਕ ਹੈ, ਉਹਦੇ ਲਾਇਸੈਂਸ ਤਾਂ ਉਹਨੇ ਲੈਣੇ, ਉਹਦੇ ਬਾਦਲ ਸਾਹਿਬ ਨੂੰ ਦਿੱਤੇ, ਜਿਹੜਾ ਅੱਜ ਕਹਿ ਰਹੇ ਨੇ ਕੇਸ ਕਰੋ, ਉਹ ਲਾਇਸੈਂਸ ਦੇ ਰਹੇ ਨੇ। ਤੁਸੀਂ ਕਿਹਨੂੰ ਕਿੱਥੇ ਰੱਖੋਗੇ? ਤੁਸੀਂ ਇਹਦਾ ਅੰਦਾਜ਼ਾ ਆਪਾਂ ਨੂੰ, ਜਿਹੜੇ ਆਮ ਇਹ ਖੂਬੀ ਹੈ ਕਿ ਆਮ ਆਦਮੀ ਸਾਹਮਣੇ ਸਾਰਾ ਕੁਝ ਨੰਗਾ ਹੋ ਰਿਹਾ ਹੈ ਕਿ ਆਵਾਮ 'ਚ ਸਾਰੇ ਇਹ ਨੰਗੇ ਨੇ ਜੀ, ਸਾਰੇ ਇਹ ਕੰਮ ਕਰਦੇ ਨੇ ਇੱਕ ਦੂਜੇ ਨਾਲ, ਜਿਹੜੇ ਅੱਜ ਬੈਠੇ ਨੇ। ਤੇ ਇਸ ਵਾਰ ਇਹਦਾ ਪੈਗਾਸਸ ਦਾ ਕੀ ਆਏਗਾ? ਉਹ ਜਸੂਸੀ ਹੋਈ ਹੈ, ਮੁੱਕਰਨ, ਝੂਠ ਬੋਲਣ, ਜੋ ਮਰਜ਼ੀ ਕਰਨ। ਉਹ ਤਾਂ ਏਜੰਸੀ ਨੇ ਦੱਸਤਾ ਵੀ ਗੌਰਮੈਂਟ ਨੂੰ ਅਸੀਂ ਵੇਚਦੇ ਹਾਂ, ਗੌਰਮੈਂਟ ਤੋਂ ਬਾਅਦ ਸਾਡੀ ਕੋਈ ਸੇਲ ਨਹੀਂ ਹੈ ਔਰ ਗੌਰਮੈਂਟ ਨੇ ਸਭ ਕੁਝ ਕਰਵਾਇਆ ਹੈ। ਸਰਕਾਰ ਤਾਂ ਹਰੇਕ ਗੱਲ ਤੋਂ ਮੁੱਕਰੀ ਜਾਂਦੀ ਹੈ। ਉਹ ਤਾਂ ਕਹਿੰਦੇ ਵੀ ਆਕਸੀਜਨ ਦੀ ਕਮੀ ਨਾਲ ਕੋਈ ਮਰੇ ਨਹੀਂ। ਦੂਜਾ ਜਿਹੜਾ ਤੁਸੀਂ ਵੈਕਸੀਨ ਦੇ ਕਹਿ ਰਹੇ ਹੋ, ਇਹ ਤੇ ਟ੍ਰੈਜਡੀ ਕਿ ਹਿੰਦੁਸਤਾਨ 'ਚ ਇਹ ਤਾਂ ਬਿਲਕੁਲ ਸੱਚ ਹੈ ਕਿ ਉਹਨਾਂ ਨੇ ਡਿਸਕ੍ਰਿਮੀਨੇਟ ਇਕੱਲਾ ਬੰਗਾਲ ਨਾਲ ਨਹੀਂ ਕੀਤਾ, ਜਿੱਥੇ ਵੀ ਆਪੋਜੀਸ਼ਨ ਦੀਆਂ ਸਰਕਾਰਾਂ ਸੀ ਉਹਨਾਂ ਕੀਤਾ ਹੈ। ਪਰ ਜਿਹੜੀ ਰੂਲਿੰਗ ਪਾਰਟੀ, ਜਿਹੜੀ ਬੀਜੇਪੀ ਦੀ ਸਰਕਾਰਾਂ ਸੀ, ਉੱਥੇ ਵੀ ਵੈਕਸੀਨੇਸ਼ਨ ਹੋ ਗਈ ਹੋਵੇ। ਉਹਦੇ ਤੁਹਾਡੇ ਸਾਹਮਣੇ ਆਇਆ ਕਿ ਉਹਦੇ 'ਚ ਤੁਹਾਡੇ ਕੁੰਭ ਵਿੱਚ ਲੱਖਾਂ ਲੋਕਾਂ ਨੇ ਫੋਨ ਭੇਜ ਦਿੱਤੇ, ਉਹ ਕਿਸੇ ਏਜੰਸੀ ਨੂੰ, ਪ੍ਰਾਈਵੇਟ ਨੂੰ ਦਿੱਤਾ ਸੀ, ਉਹਨਾਂ ਵੈਕਸੀਨੇਸ਼ਨ ਕਰਨੀ ਸੀ, ਪੈਸੇ ਲੈਣੇ ਸੀ, ਤੇ ਉਹ ਫੋਨ ਭਰ ਕੇ ਉਹਨਾਂ ਨੂੰ ਦੇਤਾ ਤੁਸੀਂ ਵੈਕਸੀਨੇਟ ਹੋ ਗਏ ਜੀ। ਉਹ ਕਹਿੰਦਾ ਨਾ ਮੈਂ ਕਦੇ ਹਰਿਦੁਆਰ ਗਿਆ ਹੈ, ਨਾ ਮੈਂ ਕਦੀ ਵੈਕਸੀਨੇਸ਼ਨ ਮੇਰੀ ਹੋਈ, ਤੇ ਮੈਨੂੰ ਮੈਸੇਜ ਆ ਰਿਹਾ ਮੇਰੇ ਤੋਂ ਵੈਕਸੀਨ ਹੋਈ ਨਹੀਂ ਹੈ। ਇਹ ਇੰਨਾ ਵੱਡਾ ਸਕੈਂਡਲ ਹੈ। ਜਿਹੜੇ ਮੁਲਕ 'ਚ ਕਫਨ ਵੇਚ ਕੇ ਵੀ, ਕਫਨ ਉਤਾਰ ਕੇ ਵੇਚ ਦਿੱਤੇ ਜਾਣ ਜੀ, ਉੱਥੇ ਤੁਸੀਂ ਇਹਨਾਂ ਕੀ ਤੁਸੀਂ ਦੱਸੋਗੇ? ਜਿੱਥੇ ਇੰਨੇ ਗਿਰ ਚੁੱਕੇ ਹੋਣ, ਦੁਨੀਆ ਦਾ ਸਭ ਨੂੰ ਧਾਰਮਿਕ ਦੇਸ਼ ਮੰਨਿਆ ਜਾਂਦਾ ਹੋਵੇ, ਜਿੱਥੇ ਰਾਮ ਦੀ ਮੰਦਿਰ ਬਣਾਉਣ ਲੱਗੇ ਜ਼ਮੀਨਾਂ 'ਚ ਹੇਰਾਫੇਰੀ ਹੋ ਰਹੀ ਹੋਣ, ਗੁਰਦੁਆਰੇ ਵਿੱਚ ਸੋਨੇ ਚੋਰੀ ਹੋ ਰਹੇ ਹੋਣ, ਤੁਸੀਂ ਉੱਥੇ ਇਹਦਾ ਤਾਂ ਬੰਗਾਲ ਨਾਲ ਕੀ ਹੋਇਆ ਉਹ ਛੱਡ ਦਿਓ, ਪੂਰੇ ਮੁਲਕ ਨਾਲ ਕੀ ਹੋ ਰਿਹਾ ਹੈ।
ਇਹ 33 ਕਰੋੜ ਦੇਵੀ ਦੇਵਤਾ ਦੇ ਮੁਲਕ 'ਚ ਸਭ ਤੋਂ ਵੱਡੇ ਚੋਰ ਵੀ 33 ਕਰੋੜ ਤੋਂ ਜ਼ਿਆਦਾ ਲੱਭ ਜਾਣਗੇ ਇੱਥੇ, ਇੱਕ ਦੇਵੀ ਦੇਵਤੇ ਪਿੱਛੇ 400 ਚੋਰ ਖੜੇ ਨੇ ਜੀ। ਇਸ ਵਾਰ ਉਹ ਸੱਚ ਕਹਿ ਰਹੀ ਹੈ। ਡਿਸਕ੍ਰਿਮੀਨੇਸ਼ਨ ਸਟੇਟਾਂ ਨਾਲ ਵੀ ਕੀਤਾ ਹੈ, ਸਟੇਟਾਂ ਨੇ ਪੂਰੇ ਹਿੰਦੁਸਤਾਨ ਨਾਲ ਕੀਤਾ। ਪਾਰਲੀਮੈਂਟ 'ਚ ਹੁਣ ਝੂਠ ਬੋਲ ਗਏ ਕਿ ਆਕਸੀਜਨ ਦੀ ਕਮੀ ਨਾਲ ਮੌਤਾਂ ਹੀ ਨਹੀਂ ਹੋਈਆਂ, ਜਦੋਂ ਕਿ ਦੁਨੀਆ ਭਰ ਨੇ ਦੇਖਿਆ ਕਿ ਜਿਹੜੇ ਸਾਡੇ ਟੌਪ ਦੇ ਹਸਪੀਟਲ ਨੇ ਦਿੱਲੀ ਦੇ, ਉਹਨਾਂ ਦੇ ਡਾਇਰੈਕਟਰ ਬੋਲ ਰਹੇ ਨੇ ਕਿ ਕਰ ਤੱਕ ਨਹੀਂ ਆਇਆ, ਸਾਡਾ ਸਾਰਾ ਕੁਝ ਚੁੱਪ ਹੋ ਜਾਏਗਾ, ਲੋਕ ਮਾਰੇ ਜਾਣਗੇ। ਮੌਤਾਂ ਹੋਈਆਂ, ਉਹ ਪਿੱਟ ਰਹੇ ਡਾਇਰੈਕਟਰ ਪਿੱਟ ਰਹੇ ਨੇ। ਜਿਹੜੇ ਪ੍ਰਾਈਵੇਟ ਨੇ ਇਹਨਾਂ ਦੇ ਹੱਥਾਂ 'ਚ ਖੇਡਦੇ ਨੇ, ਇਹਨਾਂ ਕੋਲ ਡਰਦੇ ਨੇ। ਇਹ ਮੁੱਕਰਨ ਇੱਕ ਵੀ ਮੌਤ ਨਹੀਂ ਹੋਈ ਆਕਸੀਜਨ ਕਮੀ ਨਾਲ। ਬੋਲੋ ਤਾਂ ਸਟੇਟਾਂ ਵੇਖਦੀਆਂ ਨੇ, ਇਹ ਕੋਈ ਬਹਾਨਾ ਹੈ। ਸਟੇਟ ਵੇਖਦੀ ਹੈ, ਸੈਂਟਰ ਵੇਖਦੀ, ਜਿਹੜੇ ਲੋਕ ਮਰੇ ਨੇ। ਅੱਛਾ ਕਹਿ ਦੇਣ ਵੀ ਸਾਡੇ ਕੋਲ ਨਹੀਂ ਹੋਇਆ, ਲੋਕਾਂ ਦਾ ਪਤਾ ਹੈ। ਇੱਕ ਹੈ ਨਹੀਂ ਮਰੇ, ਤੇ ਜਿਨ੍ਹਾਂ ਮਰੇ ਨੂੰ ਮੰਨ ਜਾਣਗੇ ਸਾਡੇ ਨਹੀਂ ਮਰੇ ਹੋਏ ਤੱਕ। ਮਿਲੀ ਪਾਰਲੀਮੈਂਟ 'ਚ ਇਹ ਕਹਿ ਕੇ ਵੀ ਨਹੀਂ ਮਰਿਆ ਕੋਈ ਵੀ, ਪਰ ਜਿਨ੍ਹਾਂ ਦੇ ਮਰੇ ਨੇ, ਜਿਹੜੇ ਰੋਜ਼ ਅੱਜ ਵੀ ਪਿੱਟ ਰਹੇ ਨੇ, ਉਹ ਉਹਨਾਂ ਜਿੰਦਾ ਹੋ ਕੇ ਵਾਪਸ ਘਰ ਆਣਗੇ। ਇਹ ਤੇ ਇੱਕ ਜਮਾ ਗਿਰ ਚੁੱਕੇ ਨੇ, ਜਿਨ੍ਹਾਂ ਨੇ ਤੁਸੀਂ ਜਿਸ ਤੋਂ ਕੋਈ ਉਮੀਦ ਨਹੀਂ ਕਰ ਸਕਦੇ। ਉਹ ਬਿਲਕੁਲ ਸੱਚ ਹੈ। ਇਸ ਸਥਿਤੀ ਨੂੰ ਜੀ ਇੱਕ ਲਾਈਨ ਦੇ ਵਿੱਚ ਮੈਂ ਐਕਸਪਲੇਨ ਕਰ ਸਕਦਾ, ਕਿਉਂਕਿ ਸਰਕਾਰ ਕਹਿੰਦੀ ਆ ਜੀ ਕਿ ਵੈਕਸੀਨੇਸ਼ਨ ਦੀ ਕੋਈ ਕਮੀ ਨਹੀਂ ਆ, ਪਰ ਦੂਜੇ ਪਾਸੇ ਵੈਕਸੀਨ ਹੈ ਹੀ ਨਹੀਂ ਹੈ। ਉਹ ਦੱਸਿਆ ਉੱਤੇ ਆਇਆ ਹੈ ਕਿ ਬੋਲੇ ਅੱਜ ਵੈਕਸੀਨੇਸ਼ਨ ਡੇ ਹੈ। ਹਾਂ, ਇੱਕ ਦਿਨ 16 ਲੱਖ ਕੀਤਾ ਹੈ, ਅਗਲੇ ਦਿਨ 16,000 ਆ ਗਏ ਨੇ। ਜਿਆਦਾ ਕੰਟੀਨਿਊ ਕਰੋ ਉਸ ਅਜੇ ਵੀ ਉੱਥੇ ਜਿਹੜੀ ਆ ਰਹੀਆਂ ਰਿਪੋਰਟਸ ਜੀ ਕਿ ਅਸੀਂ ਇਸ ਸਾਲ ਦੇ ਆਖਰ ਤੱਕ ਪਹਿਲੀ ਡੋਜ਼ ਸ਼ਾਇਦ ਅਸੀਂ ਕਰ ਪਾਈਏ ਕੰਪਲੀਟ। ਜੀ। ਦੂਜੇ ਪਾਸੇ ਉਹ ਕਰਨਗੇ ਕੀ? ਅਸੀਂ 20 ਕਰੋੜ ਨੂੰ ਦੇਤੀ, 20 ਕਰੋੜ 140 ਕਰੋੜ ਚ 20 ਕਰੋੜ ਹੁੰਦੇ ਕਿ ਇਹ ਨਹੀਂ ਦੱਸਣਗੇ। 20 ਕਰੋੜ ਦਾ ਹੁੰਦੇ ਹੀ। ਹੁਣ ਕੈਨੇਡਾ ਦਾ 4 ਕਰੋੜ ਦਾ ਮੁਲਕ ਹੈ। ਇਹ ਸੋਚਦੇ ਯਾਰ ਏਡਾ ਦੇਖ ਕਿੰਨਾ ਤੇਜ਼ ਹੈ, ਸਾਡੇ 5 ਗੁਣਾ ਲਾਈ ਬੈਠੇ ਨੇ ਪਰ ਫਾਲਤੂ। ਇਹ ਨਹੀਂ ਪਤਾ ਉਹਨਾਂ ਕੋਲ 140 ਕਰੋੜ ਦੀ ਆਬਾਦੀ ਵੀ ਹੈ। ਇਹ ਝੂਠ ਹੈ ਜਿਹੜਾ ਜਿਹਨੂੰ ਆਂਕੜਿਆਂ 'ਚ ਛਪਾਉਂਦੇ ਨੇ ਵਾਰ-ਵਾਰ। ਹਰਪਾਲ ਸਿੰਘ ਜੀ, ਜਦੋਂ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਬਹੁਤ ਜਾਣਕਾਰੀ ਮਿਲਦੀ ਆ, ਸਾਡੇ ਦਰਸ਼ਕ ਵੀ ਪ੍ਰੋਗਰਾਮ ਪਸੰਦ ਕਰਦੇ ਆ, ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਆ ਚੁੱਕਿਆ ਵਾ। ਆਉਣ ਵਾਲੇ ਦਿਨਾਂ ਵਿੱਚ ਫਿਰ ਤੁਹਾਨੂੰ ਸੱਦਾ ਦੇਵਾਂਗੇ ਤੇ ਕੁਝ ਹੋਰ ਮੁੱਦਿਆਂ ਉੱਪਰ ਗੱਲਬਾਤ ਕਰਾਂਗੇ। ਤਦ ਤੱਕ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਧੰਨਵਾਦ ਵੀ ਕਰਦਾ ਹੋਇਆ, ਔਰ ਮੇਰੇ ਜਿਹੜੇ ਦਰਸ਼ਕ ਮੈਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਮੈਂ ਉਹਨਾਂ ਤੋਂ ਮਾਫੀ ਚਾਹਾਂਗਾ ਕਿ ਮੈਂ ਤੁਹਾਨੂੰ ਲਗਾਤਾਰ ਕਹਿ ਰਿਹਾ ਕਿ ਮੈਂ ਸਿੱਖਣ ਵਾਲਾ ਆਦਮੀ ਹਾਂ। ਮੈਂ ਹਰ ਜਗ੍ਹਾ ਸਿੱਖਣ ਦੀ ਕੋਸ਼ਿਸ਼ ਕਰਨਾ, ਔਰ ਉਹ ਸਿੱਖਦੇ ਹੋਏ ਜਿਹੜੀ ਵਿਗਿਆਨਿਕ ਸੋਚ ਸਾਨੂੰ ਇੱਕ ਮਿਲੀ, ਉਹਦੇ 'ਚ ਉਹਨੂੰ ਵਿਸ਼ਲੇਸ਼ਣ ਕਰਕੇ ਅਸੀਂ ਗੱਲਬਾਤ ਕਰਦੇ ਹਾਂ। ਮੇਰੀ ਗੱਲਬਾਤ 'ਚ ਕੁਝ ਚੀਜ਼ਾਂ ਮੈਨੂੰ ਹੋਰ ਕੁਝ ਜੋੜਨਾ ਚਾਹਵੇ, ਜਾਂ ਮੈਂ ਸਮਝਿਆ ਕਿ ਮੈਂ ਇੱਥੇ ਗਲਤ ਹਾਂ, ਤੇ ਮੈਨੂੰ ਦੱਸਣ। ਮੈਂ ਆਪਣਾ ਨੰਬਰ ਵੀ ਦੇਣਾ ਕਿ ਮੈਨੂੰ ਖੁਸ਼ੀ ਹੋਵੇਗੀ ਉਸ 'ਚ, ਕਿਉਂਕਿ ਮੈਂ ਅਜੇ ਵੀ ਆਪਣਾ ਵਿਦਿਆਰਥੀ ਹਾਂ, ਸਿਖਸ਼ਾਰਥੀ ਹਾਂ, ਮੈਂ ਸਿੱਖ ਹਾਂ ਜਿਹੜਾ ਸਿੱਖ ਰਿਹਾ ਲਗਾਤਾਰ। ਤੇ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਜੀ ਸਰਦਾਰ ਹਰਪਾਲ ਸਿੰਘ ਜੀ, ਐਕਸ MLA ਹਰਿਆਣਾ ਵਿਧਾਨ ਸਭਾ। ਇਹਨਾਂ ਨਾਲ ਬੜੇ ਹੀ ਵੱਖ-ਵੱਖ ਮੁੱਦਿਆਂ ਦੇ ਉੱਪਰ ਵਿਬਾਕੀ ਦੇ ਨਾਲ ਗੱਲਬਾਤ ਹੋਈ ਆ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫਿਰਮਾ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।